ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦੇ ਦਿਨ ਹੈ ਵੀਰਵਾਰ, ਤਰੀਕ ਹੈ 25 ਮਾਰਚ, ਸ਼ਾਮ ਦੇ 6:30 ਹੋਏ ਨੇ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪ੍ਰਾਈਮ ਪ੍ਰੋਪਰਟੀਜ਼ ਐਂਡ ਰੀਅਲ ਸਟੇਟ ਚੰਡੀਗੜ੍ਹ ਮੋਹਾਲੀ ਵੱਲੋਂ, ਜਿਹੜੇ ਡੀਲ ਕਰਦੇ ਨੇ ਜੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ ਅਤੇ ਐਗਰੀਕਲਚਰ ਲੈਂਡ ਦੇ ਵਿੱਚ। ਬੜਾ ਟਰਸਟਡ ਨੇਮ ਹੈ, ਰੇਰਾ ਅਪਰੂਵਡ ਨੇ। ਮੋਹਾਲੀ, ਚੰਡੀਗੜ੍ਹ, ਜ਼ੀਰਕਪੁਰ, ਖਰੜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਇਨਵੈਸਟਮੈਂਟ ਪਾਉਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ 893605 99360 0000 'ਤੇ ਕਾਲ ਕਰ ਸਕਦੇ ਹੋ। ਦੂਜਾ ਨੰਬਰ ਹੈ 98555 55960 ਅਤੇ 98555 40009 ਦੇ ਉੱਤੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਆ, ਅਤੇ ਤੁਸੀਂ ਜੇਕਰ ਲੋਕਲ ਰਹਿ ਕੇ ਕਮਾਈ ਵੀ ਕਰਨਾ ਚਾਹੁੰਦੇ ਹੋ, ਬੱਚਿਆਂ ਨਾਲ ਪੂਰਾ ਸਮਾਂ ਬਤੀਤ ਕਰਨਾ ਚਾਹੁੰਦੇ ਹੋ, ਪਰਿਵਾਰ ਨੂੰ ਵੱਧ ਸਮਾਂ ਦੇਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਸੈਟਲ ਏਰੀਏ ਦੇ ਵਿੱਚ ਤੁਹਾਨੂੰ ਲੋਕਲ ਜੋਬ ਦਿੰਦੇ ਨੇ। 2063544060 ਅਤੇ 2532666924 'ਤੇ। ਬੇਕਰਸਵੀਲ ਏਰੀਏ 'ਚ ਬਿਜਲੀ ਦੇ ਬਿੱਲਾਂ ਨੂੰ ਜ਼ੀਰੋ ਕਰਨ ਦੇ ਲਈ ਅਤੇ ਅੱਛੀ ਪ੍ਰਾਪਰਟੀ ਲੈਣ ਦੇ ਲਈ ਜਤਿੰਦਰ ਸਿੰਘ ਤੂਰ, ਬਹੁਤ ਹੀ ਟਰਸਟਡ ਨੇਮ, 6617541722। ਪ੍ਰੋਗਰਾਮ ਨੂੰ ਅੱਗੇ ਲਿਜਾਣ ਤੋਂ ਪਹਿਲਾਂ ਕੁਛ ਵਪਾਰਕ ਸੁਨੇਹੇ ਲੈ ਲਈਏ ਅਤੇ ਫਿਰ ਜੁੜਦੇ ਹਾਂ ਤੁਹਾਡੇ ਨਾਲ। ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਮੇਰੇ ਨਾਲ ਜੁੜਨਗੇ। भाई जी नवी DD15 चलाउंदे ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 0660 519 622 0660 QTL, because we care. Quick Truck Lube। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. Quick Truck Lube।
JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ ਕਿਸਾਨ ਮਸਲੇ ਤੇ। ਮੋਦੀ ਸਾਹਿਬ ਤਾਂ ਫਿਰ ਘੁਰਕੀਆਂ ਵੱਟੀ ਜਾਂਦੇ ਨੇ ਕਿਸਾਨਾਂ ਨੂੰ। ਬੜੇ ਚਿੰਤਾ ਦਾ ਵਿਸ਼ਾ ਹੈ ਕਿਸਾਨਾਂ ਦੇ ਵਿੱਚ ਵੀ ਇਹ ਆਖੇ ਕਿਸਾਨਾਂ ਦੀ ਗੱਲ ਸੁਣਨਗੇ ਕਿ ਨਹੀਂ ਸੁਣਨਗੇ। ਤਾਂ ਡਰਾਈ ਜਾਂਦੇ ਨੇ, ਪੁੱਠਾ ਭੜਕਾ ਰਹੇ ਨੇ ਕਿਸਾਨਾਂ ਨੂੰ। ਬਿਲਕੁਲ ਮੋਦੀ ਸਾਹਿਬ ਭੜਕਾਉਣ 'ਤੇ ਲੱਗੇ ਹੋਏ ਆ। ਮੋਦੀ ਸਾਹਿਬ ਨੇ ਕੱਲ੍ਹ ਜਿਹੜਾ BJP ਦਾ ਪਾਰਲੀਮੈਂਟਰੀ ਗਰੁੱਪ ਹੈ ਜੀ, ਪਾਰਲੀਮੈਂਟਰੀ ਪਾਰਟੀ ਕਹਿ ਦਈਏ, ਭਾਵ BJP ਦੇ ਸਾਰੇ ਜਿਹੜੇ MP ਹੁੰਦੇ ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਜੀ। ਉਸ ਮੀਟਿੰਗ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ, ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਇਹ ਬਹੁਤ ਹੀ ਵਧੀਆ ਕਾਨੂੰਨ ਹੈ ਔਰ ਇਹਨਾਂ ਕਾਨੂੰਨਾਂ ਦੀ ਵਜ੍ਹਾ ਕਾਰਨ ਕਿਸਾਨਾਂ ਦੀ ਕਿਸਮਤ ਹੀ ਤਬਦੀਲ ਹੋ ਜਾਣੀ ਜੀ। ਕਹਿੰਦੇ ਵੀ ਹੁਣ ਵਿਰੋਧੀਆਂ ਨੇ ਕਿਸਾਨਾਂ ਨੂੰ ਚੁੱਕਿਆ ਹੋਇਆ। ਵਿਰੋਧੀ ਕਿਸਾਨਾਂ ਨੂੰ ਚੁੱਕ ਕੇ ਤੇ ਉਹਨਾਂ ਤੋਂ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਵਾਉਂਦੇ ਜੀ। ਉਹ ਅੰਦੋਲਨ ਕਰਦੇ ਹੈ ਔਰ ਇਹ ਤੋਂ ਬਾਅਦ ਜਦੋਂ ਕਹਿੰਦੇ ਵੀ ਇਹਦੇ ਫਾਇਦੇ ਆਉਣ ਲੱਗੇ ਨਾ, ਫਾਇਦੇ ਆਉਣ ਤੋਂ ਬਾਅਦ ਕਹਿੰਦੇ ਕਿਸਾਨ ਸਾਡਾ ਧੰਨਵਾਦ ਕਰਿਆ ਕਰਨਗੇ ਜੀ ਕਿ ਚੰਗਾ ਕੀਤਾ ਤੁਸੀਂ ਜੀ, ਤਾਂ ਕਾਨੂੰਨ ਲਿਆਏ ਤਾਂ ਉਹਨਾਂ ਦੀ ਤਾਂ ਆਮਦਨ 'ਚ ਹੀ ਬੜਾ ਵਾਧਾ ਹੋ ਜਾਣਾ। ਹੁਣ ਜਦੋਂ ਮੋਦੀ ਸਾਹਿਬ ਇਹ ਗੱਲ ਕਹਿੰਦੇ ਤੇ ਕਈ ਚੀਜ਼ਾਂ ਫਿਰ ਪੁਰਾਣੀਆਂ ਯਾਦ ਆਉਂਦੀਆਂ ਜੀ। ਜਦੋਂ ਮੋਦੀ ਸਾਹਿਬ ਨੇ ਦੇਸ਼ ਦੇ ਵਿੱਚ ਨੋਟਬੰਦੀ ਲਾਗੂ ਕੀਤੀ ਸੀ, ਉਦੋਂ ਉਹਨਾਂ ਨੇ 3-4 ਗੱਲਾਂ ਕਹੀਆਂ ਸੀ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨੋਟਬੰਦੀ ਦੇ ਨਾਲ ਜਿਹੜਾ ਕਾਲਾ ਧਨ ਪਿਆ ਵਿਦੇਸ਼ਾਂ ਦੇ ਵਿੱਚ, ਉਹ ਸਾਰਾ ਧਨ ਅਸੀਂ ਕਢਵਾ ਲਿਆਵਾਂਗੇ ਔਰ ਉਹੀ ਕਾਲਾ ਧਨ ਜਿਹੜਾ ਹੈਗਾ ਫਿਰ ਉਹ ਅਸੀਂ ਆਮ ਲੋਕਾਂ ਦੇ ਵਿੱਚ ਤਕਸੀਮ ਕਰਾਂਗੇ ਜੀ। 15 ਲੱਖ ਰੁਪਈਆ ਵਾਲੀ ਜਿਹੜੀ ਗੱਲ ਸੀ ਨਾ, 15 ਲੱਖ ਰੁਪਈਆ ਆਊ ਕਿੱਥੋਂ ਲੋਕਾਂ ਦੇ ਖਾਤਿਆਂ 'ਚ, ਇਹ ਵੀ ਦੱਸਿਆ ਸਵਾਲ ਇਹ ਖੜਾ ਹੋਇਆ ਸੀ। ਉਹਨਾਂ ਨੇ ਕਿਹਾ ਕਾਲਾ ਧਨ ਕਢਵਾ ਲਾਂਗੇ ਤੇ ਕਾਲਾ ਧਨ ਵੰਡਾਂਗੇ। ਨੋਟਬੰਦੀ ਵੇਲੇ ਉਹਨਾਂ ਨੇ ਕਿਹਾ ਸੀ ਕਿ ਇਹ ਐਕਸ਼ਨ ਹੈ ਜਿਹੜਾ ਸਾਡਾ, ਇਹ ਕਾਲਾ ਧਨ ਕਢਵਾਉਣ ਵਾਸਤੇ ਬਹੁਤ ਵਧੀਆ ਹੋ ਜੀ। ਹੁਣ ਆਪਾਂ ਇਹ ਦੇਖ ਲਓ ਕਿ ਉਹਨੇ ਕਾਲਾ ਧਨ ਕਢਵਾਇਆ ਕਿੰਨਾ ਕੁ, ਜਿੰਨੀ ਕਰੰਸੀ ਜਮ੍ਹਾਂ ਹੋਈ ਸੀ ਜੀ, ਜਿੰਨੀ ਕਰੰਸੀ ਮਤਲਬ ਇਹਨਾਂ ਨੂੰ ਉੱਟਿਆ ਸੀ ਕਿ ਅਸੀਂ ਇੰਨੀ ਕਰੰਸੀ ਜਮ੍ਹਾਂ, ਉਹਦੇ ਨਾਲੋਂ ਜ਼ਿਆਦਾ ਜਮ੍ਹਾਂ ਹੋ ਗਈ ਜ਼ਿਆਦਾ ਕੋਈ ਨੋਟ ਛਾਪੇ ਨਹੀਂ ਤੇ ਉਦੋਂ ਵੱਧ ਜਮ੍ਹਾਂ ਹੋ ਗਈ। ਹਜੇ ਤਾਂ ਲੋਕਾਂ ਦੇ ਘਰਾਂ 'ਚ ਪਏ ਨੇ, ਘਰਾਂ 'ਚ ਪਏ। ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਦਾ ਕਾਲਾ ਧਨ ਸੀ ਉਹਨਾਂ ਨੇ ਧੋ ਲਿਆ, ਉਹ ਚਿੱਟਾ ਹੋ ਗਿਆ, ਲੋਕਾਂ ਦੇ ਖਾਤਿਆਂ 'ਚ ਸੁਆਹ ਜਾਣਾ ਸੀ। ਫਿਰ ਇਹਨਾਂ ਨੇ ਅਗਲੀ ਗੱਲ ਕਹੀ ਸੀ ਕਿ ਇਹਦੇ ਨਾਲ ਜਿਹੜੀ ਵਿਦੇਸ਼ੀ ਆਪਣੀ ਸਾਡੀ ਜਾਲੀ ਕਰੰਸੀ ਹੈ, ਜਾਲੀ ਕਰੰਸੀ ਤੁਹਾਨੂੰ ਪਤਾ ਉਹਦੇ ਨਾਲ ਹੀ ਮਹਿੰਗਾਈ ਵਗੈਰਾ ਵੱਧਦੀ ਹੈ, ਉਹਦੇ ਨਾਲ ਹੀ ਕਿਸੇ ਦੇਸ਼ ਦੀ ਆਰਥਿਕਤਾ ਡਾਮਾਡੋਲ ਹੁੰਦੀ ਹੈ ਜੀ। ਕਹਿੰਦੇ ਜੀ ਉਹ ਜਾਲੀ ਕਰੰਸੀ ਹੈ ਜਿਹੜੀ ਉਹ ਬਿਲਕੁਲ ਜਿਹੜੀ ਹੈ ਖਤਮ ਹੋ ਜੂਗੀ ਇਹਦੇ ਨਾਲ। ਤੀਜੀ ਗੱਲ ਉਹਨਾਂ ਨੇ ਕਹੀ ਸੀ ਵੀ ਜੇ ਇਹ ਸਾਡੀ ਨਾਕਾ ਜਿਹੜੀ ਕਰ ਰਹੇ ਅਸੀਂ ਨੋਟਬੰਦੀ ਜੀ, ਇਹਦਾ ਸਭ ਤੋਂ ਵਧੀਆ ਜਿਹੜਾ ਸਾਨੂੰ ਫਾਇਦਾ ਹੋਊਗਾ, ਸਭ ਤੋਂ ਸ਼ਾਨਦਾਰ ਫਾਇਦਾ ਜੀ, ਉਹ ਹੋਊਗਾ ਕਿ ਜਿਹੜਾ ਵਿਦੇਸ਼ਾਂ ਵੱਲੋਂ ਅੱਤਵਾਦ ਪ੍ਰੇਰਿਤ ਹੈ, ਜਿਹੜਾ ਪਾਕਿਸਤਾਨ ਵਾਲੇ ਇੱਥੇ ਅੱਤਵਾਦੀਆਂ ਨੂੰ ਟ੍ਰੇਨ ਕਰ ਕਰਕੇ ਭੇਜ ਰਹੇ ਹੈ ਜੀ, ਉਹ ਅੱਤਵਾਦ ਖਤਮ ਹੋ ਜੂ ਕਿਉਂਕਿ ਉਹਨਾਂ ਕੋਲ ਪੈਸੇ ਹੀ ਨਹੀਂ ਹੋਣਾ। ਇਹ ਸਾਰੀਆਂ ਗੱਲਾਂ ਕਹਿ ਕੇ ਤੇ ਫਿਰ ਉਹਨਾਂ ਨੇ ਅੰਤ ਵਿੱਚ ਇੱਕ ਗੱਲ ਕਹੀ ਸੀ ਜੀ ਕਿ ਜੇ ਇਹ ਸਾਰਾ ਕੁਛ 50 ਦਿਨਾਂ 'ਚ ਨੋਰਮਲ ਨਾ ਹੋਇਆ, ਨੋਟਬੰਦੀ ਤੋਂ ਬਾਅਦ ਸਥਿਤੀ 50 ਦਿਨਾਂ 'ਚ ਬਿਲਕੁਲ ਠੀਕ ਠਾਕ ਹੋ ਗਈ ਤੇ ਜੇ ਨਾ ਹੋਈ ਤਾਂ ਮੈਨੂੰ ਫਾਹੇ ਲਾ ਦਿਓ ਜੀ। ਇਹ ਪ੍ਰਧਾਨ ਮੰਤਰੀ ਸਾਹਿਬ ਨੇ ਉਦੋਂ ਕਿਹਾ ਸੀ ਤੇ ਫਿਰ ਪਾਰਲੀਮੈਂਟ ਜਾਮ ਹੋ ਗਈ ਸੀ ਜੀ। ਜਦੋਂ ਪਾਰਲੀਮੈਂਟ ਜਾਮ ਹੋਈ ਸੀ ਤੇ ਪਾਰਲੀਮੈਂਟ ਦਾ ਜਾਮ ਤੋੜਨ ਵਾਸਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਪਹਿਲ ਕਰੋ ਤੇ ਡਾਕਟਰ ਮਨਮੋਹਨ ਸਿੰਘ ਨੇ ਜਦੋਂ ਪਹਿਲ ਕੀਤੀ ਸੀ, ਉਹਨਾਂ ਨੇ ਰਾਜ ਸਭਾ 'ਚ ਆਪਣਾ ਭਾਸ਼ਣ ਸ਼ੁਰੂ ਕੀਤਾ ਸੀ ਜੀ। ਉਸ ਭਾਸ਼ਣ ਦਾ ਜਿਹੜਾ ਸਾਰ ਤੱਤ ਸੀ ਉਹ ਇਹ ਸੀ ਕਿ ਇਸ ਨੋਟਬੰਦੀ ਦੇ ਨਾਲ ਸਾਡੀ GDP ਹੈ ਜਿਹੜੀ ਉਹ ਡਾਊਨ ਜਾਊਗੀ ਜੀ। ਉਹਨਾਂ ਨੇ 2 ਨੁਕਤੇ ਕਿਹਾ ਸੀ ਕਿ 2% ਡਾਊਨ ਜਾਊਗੀ, ਲੇਕਿਨ ਤੁਸੀਂ ਇਹ ਦੇਖੋ ਕਿ 2% ਪਤਾ ਹੀ ਨਹੀਂ GDP ਕਿੱਥੇ ਗਈ, ਕਿੱਧਰ ਗਈ, ਉੱਡੀ ਗਈ, GDP ਥੱਲੇ ਤੱਕ ਚਲੀ ਗਈ। ਸੋ ਇਹੀ ਚੀਜ਼ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਕਿਸਾਨ ਜਿਹੜੇ ਹੈਗੇ ਤਾਂ ਭਾਗੋ ਭਾਗ ਹੋ ਜਾਣਗੇ ਜਦੋਂ ਉਹਨਾਂ ਦੀ ਆਮਦਨ 'ਚ ਵਾਧਾ ਹੋਇਆ।
ਤੇ ਦਾਨੇ ਵਾਲੀਆ ਸਭ ਦੇਖਣ ਵਾਲੀ ਗੱਲ ਹੈ ਕਿ ਹੁਣ ਆਮਦਨ 'ਚ ਵਾਧਾ ਹੋਊਗਾ। ਮੈਨੂੰ ਤਾਂ ਲੱਗਦਾ ਜਿਹੜੀ ਚੀਜ਼ ਸਾਰੇ ਦੇਸ਼ ਦੇ ਕਿਸਾਨ ਇਹ ਗੱਲ ਕਹਿੰਦੇ ਕਿ ਸਾਨੂੰ ਭਾਈ ਨਹੀਂ ਚਾਹੀਦਾ ਇਹ ਕਾਨੂੰਨ, ਤੁਸੀਂ ਇਹਨੂੰ ਵਾਪਸ ਲੈ ਜਾਓ। ਨਰਿੰਦਰ ਮੋਦੀ ਸਾਹਿਬ ਕਹਿੰਦੇ ਵੀ ਤੁਹਾਨੂੰ ਚਾਹੀਦਾ। ਚਲੋ ਜੇ ਕਿਸਾਨ ਭਲਾ ਨਹੀਂ ਕਰਵਾਉਣਾ ਚਾਹੁੰਦੇ ਤੇ ਫਿਰ ਪ੍ਰਧਾਨ ਮੰਤਰੀ ਨੂੰ ਇੰਨੀ ਅਚਬੀ ਕਿਉਂ ਹੈ ਜੀ? ਉਹ ਮੱਲੋ ਮੱਲੀ ਕਿਸਾਨਾਂ ਦਾ ਭਲਾ ਕਿਉਂ ਕਰਨਾ ਚਾਹੁੰਦੇ, ਨਾਲ ਕਿਉਂ ਦਿੰਦੇ ਆ, ਕਿਉਂ ਚਾਹੁੰਦੇ? ਇਹਦੇ ਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਪ੍ਰਤੀਕਰਮਾ ਹੈ ਜੀ। ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਇੱਕ ਟੀਵੀ ਚੈਨਲ ਦੇ ਨਾਲ ਗੱਲ ਕਰਦਿਆਂ ਕਹੀ ਸੀ ਕਿ ਚਾਹੀਦਾ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਕੌਮੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜੀ ਉਹ ਇਹਨਾਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰ ਦੇਣ। ਕੌਮੀ ਸੁਰੱਖਿਆ ਹੁਣ ਕਿੱਥੋਂ ਆ ਗਈ ਜੀ? ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮੀ ਸੁਰੱਖਿਆ ਇਸ ਕਰਕੇ ਜਿਹੜੀ ਹੈਗੀ ਹੈ ਸਾਡੇ ਲਈ ਇੱਕ ਸੰਕਟ ਬਣਦੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬੇਚੈਨੀ ਹੈ ਬੇਰੁਜ਼ਗਾਰੀ ਦੇ ਚੱਲਦਿਆਂ ਜਾਂ ਹੋਰ ਗੱਲਾਂ ਦੇ ਚੱਲਦਿਆਂ ਜੀ ਪਾਕਿਸਤਾਨ ਵਾਰ-ਵਾਰ ਉਹਦਾ ਫਾਇਦਾ ਉਠਾਉਣ ਦਾ ਯਤਨ ਕਰ ਰਿਹਾ। ਪਹਿਲਾਂ ਪਾਕਿਸਤਾਨ ਸਰਹੱਦ ਦੇ ਰਾਹੀਂ ਘੁਸਪੈਠ ਕਰਦਾ ਸੀ ਜੀ, ਔਰ ਹੁਣ ਪਾਕਿਸਤਾਨ ਡਰੋਨਾਂ ਦੇ ਰਾਹੀਂ ਇੱਥੇ ਹਥਿਆਰ ਭੇਜ ਰਿਹਾ, ਡਰੋਨਾਂ ਦੇ ਰਾਹੀਂ ਇੱਥੇ ਨਸ਼ੀਲੇ ਪਦਾਰਥ ਭੇਜ ਰਹੇ, ਔਰ ਉਹ ਕੋਈ ਤਾਂ ਰਿਸੀਵ ਕਰਦਾ ਹੀ ਹੈ ਨਾ। ਤੇ ਲੰਘਦਾ ਵੀ ਕਿਵੇਂ ਹੈ ਵੀ ਵੇਖਣ ਵਾਲੀ ਗੱਲ ਹੈ। ਚਲੋ ਆਪਾਂ ਰਡਾਰ ਸਿਸਟਮ ਵੀ ਚਲੋ ਆਪਾਂ ਕਰ ਲਿਆ ਵੀ ਜਦੋਂ ਉਹ ਆਉਂਦਾ ਹੈ ਜੇ ਇੱਥੇ ਪਹੁੰਚਦਾ ਹੈ ਅਕਸਰ ਉਹਨੂੰ ਕੋਈ ਤਾਂ ਬੰਦਾ ਰਿਸੀਵ ਕਰਦਾ, ਉਹ ਪਾਕਿਸਤਾਨ ਦੇ ਲੋਕ ਤਾਂ ਰਿਸੀਵ ਨਹੀਂ ਕਰਦੇ ਜੀ, ਉਹ ਭਾਰਤ ਦੇ ਲੋਕ ਰਿਸੀਵ ਕਰਦੇ। ਔਰ ਇਹਦੇ ਨਾਲ ਅਗਲੀ ਅਸੀਂ ਗੱਲ ਦੇਖੀ ਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ, ਜਿੱਦਾਂ ਉਹਨਾਂ ਨੇ ਕਿਹਾ ਕਿ ਜੀ ਆਹ ਹੋਊਗਾ ਤੇ ਆਹ ਹੋਊਗਾ, ਇਹਦਾ ਨਤੀਜਾ ਕੀ ਹੋਊਗਾ ਕਿ ਫਿਰ ਕਿਸਾਨ ਜਦੋਂ ਅੰਦੋਲਨ ਦੇ ਰਾਹ ਪਏ ਹੋਏ ਹੈ, ਕਿਸਾਨਾਂ ਦੇ ਵਿੱਚ ਬੇਚੈਨੀ ਹੈ, ਯੂਥ ਹੈ ਜਿਹੜਾ ਹੈ ਉਹ ਤਰਲੋ ਮੱਛੀ ਹੋ ਰਿਹਾ ਕਿ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇ। ਇਹ ਤਾਂ ਕਿਸਾਨ ਵਾਰ-ਵਾਰ ਉਹਨਾਂ ਨੂੰ ਬੇਨਤੀ ਕਰਦੀ ਹੈ ਕਿਸਾਨ ਲੀਡਰਸ਼ਿਪ ਕਿ ਭਾਈ ਜ਼ਬਤ ਦੇ ਵਿੱਚ ਰਹੋ ਜੀ, ਜੋਸ਼ ਦੇ ਨਾਲ ਹੋਸ਼ ਤੋਂ ਕੰਮ ਲਓ। ਤੇ ਜਿਹੜਾ ਕੈਪਟਨ ਦਾ ਕਹਿਣਾ ਕਿ ਜੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਇਹ ਕਾਲੇ ਕਾਨੂੰਨ ਜਿਹੜੇ ਕੌਮੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ, ਪਾਕਿਸਤਾਨ ਇਹਦਾ ਫਾਇਦਾ ਉਠਾਊਗਾ। ਜੇ ਪਾਕਿਸਤਾਨ ਨੂੰ ਅਸੀਂ ਰਾ ਮਟੀਰੀਅਲ ਦੇਵਾਂਗੇ ਕਿ ਲਓ ਜੀ ਤੁਸੀਂ ਇਹਨੂੰ ਵਰਤ ਲਓ, ਇਹ ਯੂਥ ਨੂੰ ਅਸੀਂ ਰਾ ਮਟੀਰੀਅਲ ਹੀ ਕਵਾਂਗੇ ਜੀ। ਹਾਂ ਜੀ ਬਿਲਕੁਲ। ਜਦੋਂ ਯੂਥ ਦੇ ਵਿੱਚ ਬੇਚੈਨੀ ਵੱਧ ਗਈ ਤਾਂ ਫਿਰ ਹੋਊਗਾ ਕੀ? ਸੋ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਇਹ ਗੱਲਾਂ ਟਿਕਾਉਣ ਵਾਲੀਆਂ ਨਹੀਂ ਕਹੀਆਂ ਜੀ ਜੀ, ਇਹ ਬਣਾਉਣ ਵਾਲੀਆਂ ਨਹੀਂ ਕਹੀਆਂ। ਹੁਣ ਇੱਕ ਵਾਰੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਕਹਿਤਾ ਸੀ ਕਿ ਸਿਰਫ ਮੇਰਾ ਤਾਂ ਕੋਈ ਬਹੁਤਾ ਫਰਕ ਹੀ ਨਹੀਂ, ਇੱਕ ਕਾਲ ਦੀ ਦੂਰੀ ਹੈ। ਹਾਂ ਦੱਸੋ। ਇੱਕ ਕਾਲ ਦੇ ਨਾਲ ਹੀ ਸਾਰਾ ਮਾਮਲਾ ਠੱਪ ਜੂ। ਕਾਲ ਨੂੰ ਵੀ ਹੋਏ ਨੂੰ ਮਹੀਨੇ ਬਾਅਦ ਬੀਤ ਗਏ, ਪਰ ਮਹੀਨਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਸਾਹਿਬ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਜੀ। ਉਹ ਕਹਿੰਦੇ ਜੀ ਜੋ ਮਰਜ਼ੀ ਹੋਵੇ ਬਾਈ ਹੁੱਕ ਐਂਡ ਕਰੁੱਕ ਇਹ ਕਾਨੂੰਨ ਤਾਂ ਅਸੀਂ ਲਾਗੂ ਕਰਨਾ ਹੀ ਕਰਨਾ। ਔਰ ਇਹਦੇ ਵਾਸਤੇ ਵੀ ਆਪਾਂ ਕੱਲ ਖਬਰ ਡਿਸਕਸ ਕੀਤੀ ਸੀ, ਤੌਰ ਤਰੀਕੇ ਬੜੇ ਅਜੀਬੋ-ਗਰੀਬ ਵਰਤੇ ਜਾ ਰਹੇ। ਸੰਸਦ ਦੀ ਸਟੈਂਡਿੰਗ ਕਮੇਟੀ ਹੈ ਜੀ, ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਰੈਜੂਲੇਸ਼ਨ ਪਾਸ ਕਰਵਾਈ ਜਾਂਦੀ ਹੈ। ਛੇਤੀ ਕਰੋ ਜੀ, ਇਹਨੂੰ ਇੰਪਲੀਮੈਂਟ ਕਰੋ, ਜਿਹੜਾ ਹੈਗਾ ਤੁਹਾਡਾ ਐਸੈਂਸ਼ੀਅਲ ਕਮੋਡਿਟੀ ਐਕਟ ਵਾਲਾ। ਸੋ ਕੁੱਲ ਮਿਲਾ ਕੇ ਅਸੀਂ ਦੇਖੀਏ ਤਾਂ ਪ੍ਰਧਾਨ ਮੰਤਰੀ ਟਕਰਾਅ ਵਾਲੀ ਨੀਤੀ ਤੇ ਚੱਲ ਰਹੀ ਹੈ ਕਿ ਪ੍ਰਵੋਕ ਕੀਤਾ ਜਾ ਰਿਹਾ। ਕਹਿਣ ਤੋਂ ਭਾਵੇਂ ਉਹ ਦੇਸ਼ ਬਾਰੇ ਕੁਝ ਨਹੀਂ ਸੋਚ ਰਹੇ, ਦੇਸ਼ ਦੀ ਸਥਿਤੀ ਪ੍ਰਵੋਕ ਕਰਕੇ ਜੇ ਪ੍ਰਵੋਕ ਕਰਨਗੇ ਕਿਸਾਨ, ਪ੍ਰਵੋਕ ਹੋਣਗੇ, ਪ੍ਰਵੋਕ ਹੋ ਕੇ ਕੋਈ ਗਲਤ ਫੈਸਲਾ ਕਰਨਗੇ ਤਾਂ ਫਿਰ ਉਹਨਾਂ ਦੇ ਉੱਤੇ ਸਖਤੀ ਕੀਤੀ ਜਾਵੇ ਜੀ। ਹੁਣ ਜਿਵੇਂ ਤੁਸੀਂ ਦੇਖਿਆ ਹੋਣਾ ਟਕੈਤ ਸਾਹਿਬ ਦਾ ਫਿਰ ਬਿਆਨ ਆ ਗਿਆ ਕਿ ਅਸੀਂ ਇੰਨਾ ਚਿਰ ਹੋ ਗਏ ਬੈਠੇ ਆ ਉਡੀਕਦੇ ਆ, ਸਰਕਾਰ ਕੋਈ ਪਹਿਲ ਕਦਮੀ ਨਹੀਂ ਕਰਦੀ। ਤੇ ਲੱਗਦਾ ਕਹਿੰਦੇ ਸਾਨੂੰ ਇਹ ਹੈ ਕਿ ਇੱਕ ਵਾਰੀ ਫਿਰ ਦਿੱਲੀ ਦੇ ਵਿੱਚ ਜਬਰੀ ਦਾਖਲ ਹੋਣ ਵਾਸਤੇ ਬੈਰੀਕੇਡ ਫਿਰ ਤੋੜਨੇ ਪੈਣਗੇ। ਹਾਂਜੀ। ਤੇ ਜਦੋਂ ਬੈਰੀਕੇਡ ਫਿਰ ਤੋੜਨ ਵਾਲੀ ਗੱਲ ਆਈ ਤਾਂ ਫਿਰ ਹਾਲਾਤ ਵਿਗੜਨਗੇ। ਸੋ ਜਾਣ-ਬੁੱਝ ਕੇ ਹਾਲਾਤਾਂ ਨੂੰ ਵਿਗਾੜਨ ਵਾਲੇ ਪਾਸੇ ਜਾ ਰਹੇ ਟਕਰਾਅ ਦੇ ਜ਼ਰੀਏ ਜੀ। ਤੇ ਢਿੱਲੋਂ ਸਾਹਿਬ ਉਧਰ ਸੁਪਰੀਮ ਕੋਰਟ ਨੇ ਪਰਮਵੀਰ ਸਿੰਘ ਜਿਹੜੇ ਸਾਬਕਾ ਕਮਿਸ਼ਨਰ ਸੀਗੇ ਮੁੰਬਈ ਦੇ, ਉਹਨਾਂ ਨੂੰ ਬਰੰਗ ਮੋੜ ਦਿੱਤਾ। ਕਿਉਂ ਬਰੰਗ ਮੋੜਿਆ? ਅਸਲ ਦੇ ਵਿੱਚ ਦਾਨੇਵਾਲੀਆ ਸਾਹਿਬ ਇਸ ਦੀ ਜੇ ਆਪਾਂ ਦੇਖੀਏ ਪਿਛੋਕੜ ਕੀ ਹੈ, ਪਿਛੋਕੜ ਇਹਦਾ ਇਹ ਹੈ ਕਿ ਇੱਕ ਜਿਲੇਟੀਨ ਦੀਆਂ ਛੜਾਂ ਨਾਲ ਲੋਡਡ ਗੱਡੀ ਜੀ, ਸਕਾਰਪੀਓ ਗੱਡੀ ਹਰੇ ਰੰਗ ਦੀ, ਜਿੱਥੇ ਅੰਬਾਨੀ ਦਾ ਘਰ ਹੈ, ਬਹੁਤ ਵੱਡਾ ਘਰ ਹੈ, ਉਹਦੇ ਗੇਟ ਤੋਂ ਮਿਲੀ ਸੀ। ਉਹ ਗੱਡੀ ਰਿਕਵਰ ਕਰ ਲਈ, ਤਲਾਸ਼ੀ ਲਈ ਤੇ ਉਹਦੇ ਵਿੱਚ ਉਹ ਧਮਾਕਾ ਖੇਸ ਸਮੱਗਰੀ ਨਿਕਲ ਆਈ। ਅੰਬਾਨੀ ਦੇਸ਼ ਦਾ ਬਹੁਤ ਵੱਡਾ ਇੰਡਸਟਰੀਲਿਸਟ ਹੈ, ਕਾਰਪੋਰੇਟਰ ਹੈ, ਔਰ ਪੁਲਿਸ ਨੂੰ ਵਕਤ ਪੈ ਗਿਆ, ਸਰਕਾਰਾਂ ਨੂੰ ਵਕਤ ਪੈ ਗਿਆ, ਤੇ ਫਿਰ ਉਹਦੀ ਪੜਤਾਲ ਸ਼ੁਰੂ ਹੋ ਗਈ। ਪੜਤਾਲ ਸ਼ੁਰੂ ਹੁੰਦਿਆਂ ਪਤਾ ਲੱਗਿਆ ਕਿ ਗੱਡੀ ਸੀ ਕਿਹਦੀ ਜੀ। ਪਤਾ ਲੱਗਿਆ ਕਿ ਗੱਡੀ ਕੋਈ ਮਨਮੁਖ ਹੀਰੇਨ ਨਾਂ ਦਾ ਬੰਦਾ ਹੈ, ਔਰ ਉਹ ਹੀਰੇਨ ਦੀ ਗੱਡੀ ਹੈ। ਫਿਰ ਇਹ ਪਤਾ ਲੱਗਿਆ ਕਿ ਹੀਰੇਨ ਨੇ ਤਾਂ ਕੁਝ ਦਿਨ ਪਹਿਲਾਂ ਆਪਣੀ ਕਰਪਟ ਦਰਜ ਕਰਾਤੀ ਸੀ ਜੀ ਕਿ ਮੇਰੀ ਗੱਡੀ ਚੋਰੀ ਹੋ ਗਈ। ਤੇ ਫਿਰ ਅਚਨਚੇਤ ਹੀਰੇਨ ਨੂੰ ਇੱਕ ਟੈਲੀਫੋਨ ਆਉਂਦਾ ਹੈ, ਔਰ ਉਹ ਟੈਲੀਫੋਨ ਦੀ ਰਿਸਪੌਂਸ ਦੇ ਵਿੱਚ ਘਰੋਂ ਬਾਹਰ ਚਲਾ ਜਾਂਦਾ ਹੈ ਤੇ ਮੁੜ ਕੇ ਉਹ ਘਰੇ ਵਾਪਸ ਨਹੀਂ ਆਉਂਦਾ। ਉਹਦੀ ਵਾਈਫ ਬਾਰ-ਬਾਰ ਫੋਨ ਕਰਦੀ ਹੈ ਤੇ ਇੱਕ ਸਮੇਂ ਤੋਂ ਬਾਅਦ ਉਹਦਾ ਟੈਲੀਫੋਨ ਬੰਦ ਹੋ ਗਿਆ ਜੀ। ਅਖੀਰ ਜਦੋਂ ਉਹਦੀ ਔਰਤ ਨੇ ਰੌਲਾ ਪਾਇਆ, ਉਹਦੀ ਵਾਈਫ ਨੇ ਰੌਲਾ ਪਾਇਆ, ਤੇ ਫਿਰ ਪਤਾ ਲੱਗਿਆ ਕਿ ਉਹ ਜਿਹੜਾ ਹੈਗਾ ਉੱਥੇ ਖਾੜੀ ਦੇ ਵਿੱਚ ਉਹਦੀ ਡੈੱਡ ਬੋਡੀ ਮਿਲਦੀ ਹੈ। ਮੂੰਹ ਦੇ ਵਿੱਚ ਕੁਛ ਰੁਮਾਲ ਵੀ ਤੁੰਨੇ ਹੋਏ ਸੀ ਜੀ।
ਫਿਰ ਇਸ ਗੱਲ ਦੇ ਉੱਤੇ ਹੋਇਆ ਕਿ ਇਹ ਕਤਲ ਹੈ ਜਾਂ ਆਤਮ ਹੱਤਿਆ ਹੈ। ਬਾਅਦ 'ਚ ਪੋਸਟਮਾਰਟਮ ਹੋਇਆ ਤੇ ਪੋਸਟਮਾਰਟਮ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਕਿ ਇਹ ਕਤਲ ਸੀ ਜੀ, ਇਹ ਬੰਦੇ ਦਾ ਕਤਲ ਕੀਤਾ ਗਿਆ। ਦੇਵੇਂਦਰ ਫਡਨਵੀਸ ਜਿਹੜੇ ਵਿਰੋਧੀ ਧਿਰ ਦੇ ਹੁਣ ਆਗੂ ਹੈ ਤੇ ਸਾਬਕਾ ਮੁੱਖ ਮੰਤਰੀ ਹੈ ਮਹਾਰਾਸ਼ਟਰ ਦੇ ਜੀ, ਉਹਨਾਂ ਨੇ ਕਿਹਾ ਕਿ ਮੇਰੀ ਉਹਦੀ ਵਾਈਫ ਨਾਲ ਗੱਲ ਹੋਈ ਹੈ ਤੇ ਉਹਦੀ ਵਾਈਫ ਨੇ ਇਹ ਕਿਹਾ ਕਿ ਇਹਨੂੰ ਮਿਸਟਰ ਹਰੇਨ ਨੂੰ ਇੱਕ ਪੁਲਿਸ ਅਫਸਰ ਨੇ ਬੁਲਾਇਆ ਸੀ ਤੇ ਪੁਲਿਸ ਅਫਸਰ ਵੀ ਕੋਈ ਬੜਾ ਵੱਡਾ ਨਹੀਂ, ਦਰਮਿਆਨਾ ਜਿਹਾ ਸੀ ਜੀ। ਮਤਲਬ ਜੇ ਆਪਾਂ ਕਹਿ ਦਈਏ ਤਾਂ ਸਾਡੇ DSP ਤੋਂ ਵੀ ਛੋਟਾ ਸੀ। ਅੱਛਾ ਜੀ। ਵੀ ਉਸ ਪੁਲਿਸ ਅਫਸਰ ਨੇ ਬੁਲਾਇਆ ਹੋਇਆ ਔਰ ਉਹ ਜਿਹੜਾ ਸਪੈਸ਼ਲ ਸੈੱਲ ਹੈ ਉਹਦੇ 'ਚ ਕੰਮ ਕਰਦਾ ਹੈ ਔਰ ਇਹ ਤੇ ਪ੍ਰੈਸ਼ਰ ਬਿਲਡ ਹੋਇਆ। ਪ੍ਰੈਸ਼ਰ ਬਿਲਡ ਹੋਣ ਤੋਂ ਬਾਅਦ ਥੋੜੀ ਜਿਹੀ ਜਿਹੜੀ ਹੈਗੀ ਤਫਤੀਸ਼ ਤੇਜ਼ ਹੋਈ। ਉਸੇ ਸਮੇਂ ਦੌਰਾਨ ਕੇਂਦਰ ਸਰਕਾਰ ਨੇ ਇਹ ਮਾਮਲਾ ਜਿਹੜਾ ਸੀ ਉਹ ਚੱਕ ਕੇ ਹਵਾਲੇ ਕਰ ਦਿੱਤਾ NIA ਦੇ ਜੀ। NIA ਨੇ ਸਚਿਨ ਨਾਂ ਦਾ ਇੱਕ ਜਿਹੜਾ ਹੈਗਾ ਬਜੇ ਹਾਂਜੀ, ਸਚਿਨ ਬਜੇ ਨਾਂ ਦਾ ਇੱਕ ਜਿਹੜਾ ਅਫਸਰ ਦੇ ਉੱਤੇ ਡਾਊਟ ਸੀ ਉਹ ਚੱਕ ਲਿਆ। ਉਹਨੂੰ ਚੱਕ ਲਿਆ ਤੇ ਉਹਦੀ ਚੱਕ ਕੇ ਜਦੋਂ ਪੁੱਛਗਿੱਛ ਸ਼ੁਰੂ ਹੋਈ ਤੇ ਪੁੱਛਗਿੱਛ ਦੇ ਵਿੱਚ ਕੁਝ ਇੰਕਸ਼ਾਫ ਹੋਣੇ ਸ਼ੁਰੂ ਹੋ ਗਏ। ਅੱਛਾ ਜੀ। ਕਿ ਉਹਦੀ ਹੀ ਇਨਵੋਲਵਮੈਂਟ ਸੀ ਸਾਰੇ ਕੰਮ ਦੇ ਵਿੱਚ। ਜਦੋਂ ਉਹਦੀ ਇਨਵੋਲਵਮੈਂਟ ਦੀ ਗੱਲ ਆਈ ਤਾਂ ਪਰਮਬੀਰ ਸਿੰਘ ਜਿਹੜੇ ਬੰਬੇ ਦੇ ਪੁਲਿਸ ਕਮਿਸ਼ਨਰ ਸੀ ਉਹਨਾਂ ਦੀ ਅਚਨਚੇਤ ਜਿਹੜੀ ਹੈ ਟਰਾਂਸਫਰ ਕਰ ਦਿੱਤੀ ਜੀ। ਕੀਤੀ ਕਿਹਨੇ? ਮਹਾਰਾਸ਼ਟਰ ਸਰਕਾਰ ਨੇ। ਉਸ ਟਰਾਂਸਫਰ ਤੋਂ ਬਾਅਦ ਪਰਮਜੀਤ ਇਹਨਾਂ ਨੇ ਸਾਬਕਾ ਕਮਿਸ਼ਨਰ ਨੇ ਜੀ ਇੱਕ ਚਿੱਠੀ ਲਿਖਤੀ। ਚਿੱਠੀ ਲਿਖੀ ਉਹਨਾਂ ਨੇ ਪ੍ਰਾਈਮ ਮਿਨਿਸਟਰ ਨੂੰ ਜੀ, ਚੀਫ ਮਿਨਿਸਟਰ ਨੂੰ। ਉਹਦੀ ਇੱਕ ਕਾਪੀ ਉਹਨਾਂ ਨੇ ਕੱਢ ਦਿੱਤੀ ਗਵਰਨਰ ਸਾਹਿਬ ਨੂੰ ਤੇ ਨਾਲ ਹੀ ਮੀਡੀਆ ਨੂੰ ਵੀ ਲੀਕ ਕਰਤੀ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮਿਸਟਰ ਜਿਹੜੇ ਹੈਗੇ ਆ ਸਾਡੇ ਹੋਮ ਮਿਨਿਸਟਰ ਹੈ ਮਹਾਰਾਸ਼ਟਰ ਦੇ ਹੋਮ ਮਿਨਿਸਟਰ ਨੇ ਆਪਦੇ ਘਰੇ ਜੂਨੀਅਰ ਪੁਲਿਸ ਅਫਸਰਾਂ ਦੀ ਮੀਟਿੰਗ ਕੀਤੀ। ਅੱਛਾ ਜੀ। ਜੂਨੀਅਰ ਪੁਲਿਸ ਅਫਸਰਾਂ ਦੀ ਮੀਟਿੰਗ ਜਿਹੜੀ ਕੀਤੀ ਹੈ, ਕਹਿੰਦੇ ਪਹਿਲੀ ਉਲੰਘਣਾ ਤਾਂ ਇਹ ਕੀਤੀ ਕਿ ਕਮਾਂਡ ਸਿਸਟਮ ਤੋੜਤਾ। ਅੱਛਾ ਜੀ। ਕਰ ਹੀ ਨਹੀਂ ਸਕਦੇ ਕਿ ਜੇ ਉਹਨਾਂ ਨੇ ਮੀਟਿੰਗ ਕਰਨੀ ਹੈ ਤਾਂ ਸੀਨੀਅਰ ਅਫਸਰਾਂ ਮੈਨੂੰ ਪਤਾ ਹੀ ਨਹੀਂ ਕੋਈ। ਇਹ ਕਮਾਂਡ ਸਿਸਟਮ ਨੂੰ ਤੋੜ ਕੇ ਉਹਨਾਂ ਨੇ ਜੂਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ। ਫਿਰ ਕਹਿੰਦੇ ਵੀ ਮਿਸਟਰ ਸਚਿਨ ਵਜੇ ਤੇ ਜਿਹੜੇ ਦੂਜੇ ਸੀ ਉਹਨਾਂ ਨੂੰ ਕਿਹਾ ਕਿ ਰੋਜ਼ 100 ਕਰੋੜ ਰੁਪਈਆ ਜਿਹੜਾ ਹੈਗਾ ਉਹ ਇਕੱਠਾ ਕਰੋ ਜੀ। ਕਹਿੰਦੇ ਕਰੋਗੇ ਕਿੱਥੋਂ? ਤੇ ਫਿਰ ਉਹਨਾਂ ਨੂੰ ਟਿਪਸ ਵੀ ਦਿੱਤੇ ਗਏ ਵੀ ਕਿੱਥੋਂ ਕਰੋਗੇ ਜੀ। ਇੱਥੇ ਕਹਿੰਦੇ ਵੱਡੇ ਵੱਡੇ ਹੋਟਲ ਹੈ, ਵਾਰਜ਼ ਹੈ। ਵਾਰਜ਼ ਤੁਹਾਨੂੰ ਪਤਾ ਕਈ ਕਿਸਮ ਦੀਆਂ ਹੁੰਦੀਆਂ, ਬਿਲਕੁਲ ਹਰ ਕਿਸਮ ਦਾ ਕ੍ਰਾਈਮ ਹੁੰਦਾ। ਵੈਸੇ ਵੀ ਜਿਹਨੂੰ ਆਪਾਂ ਨੂੰ ਦੇਖੀਏ ਤਾਂ ਬੰਬੇ ਨੂੰ ਦੇਸ਼ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਹੈ। ਬੰਬੇ ਦੇ ਵਿੱਚ ਬਹੁਤ ਪੈਸਾ ਹੈ। ਕਹਿੰਦੇ ਜੀ ਇਹ ਪੈਸਾ ਕਮਾ ਕੇ ਲਿਆਇਆ ਕਰੋ। ਇਹ ਖਬਰ ਜਦੋਂ ਅਖਬਾਰਾਂ 'ਚ ਪ੍ਰਕਾਸ਼ਿਤ ਹੋਈ ਤੇ ਇਸ ਖਬਰ ਨੇ ਮਚਾਤੀ ਤਰਥੱਲੀ। ਅੱਛਾ ਜੀ। ਤਰਥੱਲੀ ਮਚਾਉਣ ਤੋਂ ਬਾਅਦ ਲਾਲਾ ਹੋ ਗਈ। ਸ਼ੁਰੂ ਦੇ ਵਿੱਚ ਸ਼ਰਦ ਪਵਾਰ ਜਿਹੜੇ ਕਿਉਂਕਿ ਉਹ NCP ਦੇ ਹੈਗੇ ਗ੍ਰਹਿ ਮੰਤਰੀ ਕੋਟੇ 'ਚੋਂ ਜੀ। ਸ਼ਰਦ ਪਵਾਰ ਨੇ ਪਹਿਲਾਂ ਤਾਂ ਕਹਿਤਾ ਮਾਮਲਾ ਗੰਭੀਰ ਹੈ, ਪੜਤਾਲ ਦੀ ਲੋੜ ਹੈ, ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਕੁਛ ਮਿਲੇ ਆਪਣੇ NCP ਦੇ ਲੀਡਰ ਜੀ ਔਰ NCP ਦੇ ਲੀਡਰਸ ਨੇ ਜਦੋਂ ਸਿਚੁਏਸ਼ਨ ਦੱਸੀ ਤਾਂ ਉਹਨਾਂ ਨੇ ਕਿਹਾ ਜੀ ਕੋਈ ਐਸੀ ਗੱਲ ਨਹੀਂ, ਆਪਣਾ ਬੰਦਾ ਤਾਂ ਦੁੱਧ ਤੋਤਾ ਜੀ। ਤੇ ਸਚਿਨ ਆਪਣੇ ਤੁਹਾਡੇ ਸ਼ਰਦ ਪਵਾਰ ਸਾਹਿਬ ਵੀ ਬਦਲ ਕੇ ਕਹਿੰਦੇ ਜੀ ਕੋਈ ਐਸੀ ਗੱਲ ਹੀ ਨਹੀਂ ਹੈ। ਫਿਰ ਇਹ ਚੱਲ ਪਿਆ ਜੀ ਤਾਂ ਆਹ ਹੋ ਗਿਆ ਜੀ, ਇਹਦੇ 'ਚ ਆਹ ਹੋ ਗਿਆ ਜੀ, ਨੇ ਆਹ ਕੀਤਾ ਤੇ ਆਹ ਕੀਤਾ। ਇਸੇ ਸਮੇਂ ਦੌਰਾਨ ਪਰਮਬੀਰ ਸਿੰਘ ਜਿਹੜੇ ਹੈਗੇ ਆ ਉਹ ਚਲੇ ਗਏ ਸੁਪਰੀਮ ਕੋਰਟ। ਅੱਛਾ ਜੀ। ਸੁਪਰੀਮ ਕੋਰਟ ਜਾ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦੇ ਵਿੱਚ 2 ਮੰਗਾਂ ਕੀਤੀਆਂ। ਇੱਕ ਮੰਗ ਤਾਂ ਉਹਨਾਂ ਨੇ ਇਹ ਕੀਤੀ ਕਿ ਜੀ ਮੇਰੀ ਬਦਲੀ ਹੈ ਜਿਹੜੀ ਕੀਤੀ ਹੈ ਨਜਾਇਜ਼ ਹੈ ਤੇ ਮੇਰੀ ਬਦਲੀ ਰੱਦ ਕੀਤੀ ਜਾਵੇ, ਮੈਨੂੰ ਬੰਬੇ ਦਾ ਪੁਲਿਸ ਕਮਿਸ਼ਨਰ ਫੇਰ ਲਾਇਆ ਜਾਵੇ। ਔਰ ਉਹਨਾਂ ਦਾ ਵਕੀਲ ਕੌਣ ਹੈ ਜੀ? ਬਹੁਤ ਵੱਡਾ ਵਕੀਲ ਹੈ ਉਹਨਾਂ ਦਾ। ਉਸ ਵਕੀਲ ਨੇ ਕਿਹਾ ਜੀ ਆਹ ਤਾਂ ਵੇਖੋ ਕਿੰਨਾ ਵੱਡਾ ਜੁਰਮ ਹੋ ਗਿਆ। ਤੇ ਉਹਨਾਂ ਨੇ ਨਾਲ ਗੱਲ ਕੀਤੀ ਪ੍ਰਕਾਸ਼ ਸਿੰਘ ਦੀ। ਅੱਛਾ ਜੀ। ਪ੍ਰਕਾਸ਼ ਸਿੰਘ ਤੁਹਾਨੂੰ ਪਤਾ UP ਦੇ DGP ਸੀ ਜੀ। ਪ੍ਰਕਾਸ਼ ਸਿੰਘ ਹੋਰਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਸੁਪਰੀਮ ਕੋਰਟ 'ਚ। ਉਸ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਹਦਾਇਤਾਂ ਦਿੱਤੀਆਂ ਸੀ ਰਾਜ ਸਰਕਾਰਾਂ ਨੂੰ ਜੀ ਔਰ ਕੇਂਦਰ ਸਰਕਾਰ ਨੂੰ ਵੀ ਕਿ ਕਿਸੇ ਵੀ ਪੁਲਿਸ ਅਫਸਰ ਨੂੰ ਜਿਹਦਾ ਸਿੱਧਾ ਲੋਕਾਂ ਨਾਲ ਸੰਬੰਧ ਹੈ ਜੀ ਉਹਨੂੰ ਜਿਹੜਾ ਹੈਗਾ ਤੁਸੀਂ ਘੱਟੋ ਘੱਟ 2 ਸਾਲ ਦਾ ਉਹਦੀ ਟੈਨਿਓਰ ਫਿਕਸ ਕਰੋ ਜੀ। 2 ਸਾਲਾਂ ਤੱਕ ਉਸ ਬੰਦੇ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ, ਚਾਹੇ ਉਹ SHO ਹੋਵੇ, ਚਾਹੇ ਉਹ SSP ਹੋਵੇ ਤੇ ਚਾਹੇ ਉਹ DGP ਹੋਵੇ ਜੀ, ਚਾਹੇ ਉਹ ਕਮਿਸ਼ਨਰ ਹੋਵੇ, ਕਿਉਂਕਿ ਜਿੱਥੇ SSP ਨਹੀਂ ਹੁੰਦਾ ਉੱਥੇ ਕਮਿਸ਼ਨਰ ਹੁੰਦਾ ਹੈ। ਇਸ ਗੱਲ ਦੇ ਉੱਤੇ ਜੀ ਜਦੋਂ ਇਹ ਗੱਲ ਹੋਈ ਤੇ ਸੁਪਰੀਮ ਕੋਰਟ ਨੇ ਫਿਰ ਪ੍ਰਤੀਕਰਮ ਪ੍ਰਗਟ ਕੀਤਾ। ਕਹਿੰਦੇ ਜੀ ਤੁਸੀਂ ਪ੍ਰਕਾਸ਼ ਸਿੰਘ ਦਾ ਜ਼ਿਕਰ ਉਦੋਂ ਕਰਦੇ ਹੋ ਜਦੋਂ ਤੁਹਾਨੂੰ ਆਪ ਦੀ ਲੋੜ ਹੁੰਦੀ ਹੈ। ਲੋੜ ਵੇਲੇ ਪ੍ਰਕਾਸ਼ ਸਿੰਘ ਤੇ ਪ੍ਰਕਾਸ਼ ਸਿੰਘ ਦੀ ਪਟੀਸ਼ਨ ਦਾ ਜ਼ਿਕਰ ਕਰ ਲੈਂਦੇ ਹੋ, ਲੋੜ ਵੇਲੇ ਤੁਸੀਂ ਫਿਰ ਸੁਪਰੀਮ ਕੋਰਟ ਦੇ ਫੈਸਲੇ ਦਾ ਜ਼ਿਕਰ ਕਰ ਲੈਂਦੇ ਹੋ ਜੀ। ਲੇਕਿਨ ਕੋਈ ਵੀ ਹਾਕਮ ਪਾਰਟੀ ਜਿਹੜੀ ਪਾਰਟੀ ਪਾਵਰ ਦੇ ਵਿੱਚ ਆਉਂਦੀ ਹੈ ਕਦੇ ਵੀ ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਕਿ ਪ੍ਰਕਾਸ਼ ਸਿੰਘ ਦੀ ਪਟੀਸ਼ਨ ਦੇ ਸੰਬੰਧ ਵਿੱਚ ਜੋ ਹਦਾਇਤਾਂ ਕੀਤੀਆਂ ਸੀ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਹਦਾਇਤਾਂ ਦੇ ਉੱਤੇ ਅਮਲ ਕੀਤਾ ਜਾਵੇ ਜੀ।
ਅਗਲੀ ਗੱਲ ਉਹਨਾਂ ਨੇ ਕਹੀ ਕਿ ਮਾਮਲਾ ਗੰਭੀਰ ਹੈ, ਪੜਤਾਲੀ ਦੀ ਜ਼ਰੂਰ ਹੋਣੀ ਚਾਹੀਦੀ ਹੈ, ਪਰ ਪੜਤਾਲੀ ਦੀ ਅਸੀਂ ਨਹੀਂ ਕਰਾਵਾਂਗੇ ਜੀ। ਤੁਸੀਂ ਹਾਈ ਕੋਰਟ ਨੂੰ ਨਜ਼ਰਅੰਦਾਜ਼ ਕਿਉਂ ਕੀਤਾ? ਬੰਬੇ ਦੀ ਹਾਈ ਕੋਰਟ ਹੈ, ਬੜੀ ਕੰਪੀਟੈਂਟ ਹਾਈ ਕੋਰਟ ਹੈ। ਤੁਸੀਂ ਉਸ ਹਾਈ ਕੋਰਟ ਕੋਲ ਜਾਓ ਤੇ ਉੱਥੇ ਪਟੀਸ਼ਨ ਦਾਇਰ ਕਰੋ। ਉੱਥੇ ਪਟੀਸ਼ਨ ਦਾਇਰ ਕਰੋਗੇ ਤੇ ਉਹਦਾ ਕੋਈ ਨਾ ਕੋਈ ਫੈਸਲਾ ਆਪਣਾ ਕਰਨਗੇ ਉਹਦੇ ਵਿੱਚ ਕੁਛ ਨਾ ਕੁਛ ਨਿਕਲੂਗਾ। ਫਿਰ ਉਹਨਾਂ ਦੇ ਵਕੀਲ ਨੇ ਇਹ ਵੀ ਗੱਲ ਕਹੀ ਸੀ ਜੀ ਤੁਸੀਂ ਜੋ ਮਰਜ਼ੀ ਕਰੋ, ਇੱਦਾਂ ਕਰੋ ਵੀ ਬੰਬੇ ਹਾਈ ਕੋਰਟ ਨੂੰ ਇਹ ਕਹਿ ਦਿਓ ਕਿ ਵੀਰਵਾਰ ਨੂੰ, ਭਾਵ ਅੱਜ ਇਹਦੇ ਤੇ ਮਤਲਬ ਉਹ ਵਿਚਾਰ ਕਰ ਲਵੇ। ਉਹਨਾਂ ਨੇ ਕੋਈ ਇਹੋ ਜਿਹੀ ਹਦਾਇਤ ਤਾਂ ਨਹੀਂ ਕੀਤੀ, ਪਰ ਉਹ ਕਹਿੰਦੇ ਵੀ ਤੁਸੀਂ ਬੰਬੇ ਹਾਈ ਕੋਰਟ ਕੋਲ ਜਾਓ, ਬੰਬੇ ਹਾਈ ਕੋਰਟ ਜੋ ਫੈਸਲਾ ਕਰੂਗੀ ਉਹੀ ਫੈਸਲਾ ਜਿਹੜਾ ਹੈਗਾ, ਜੇ ਤੁਸੀਂ ਤਾਂ ਤੁਹਾਡੀ ਤਸੱਲੀ ਨਾ ਹੋਈ ਸਾਡੇ ਕੋਲ ਆ ਜਾਓ ਜੀ। ਅਗਲੀ ਗੱਲ ਉਹਨਾਂ ਨੇ ਸੁਪਰੀਮ ਕੋਰਟ ਨੇ ਕਹੀ ਕਿ ਤੁਸੀਂ ਜਿਹੜੇ ਹੈਗੇ ਆ ਮਿਸਟਰ ਗ੍ਰਹਿ ਮੰਤਰੀ ਜੀ, ਉਹਦੇ ਖਿਲਾਫ ਇਲਜ਼ਾਮ ਤਾਂ ਲਾ ਰਹੇ ਹੋ, ਲੇਕਿਨ ਇਸ ਕੇਸ ਦੇ ਵਿੱਚ ਉਹਨੂੰ ਪਾਰਟੀ ਨਹੀਂ ਬਣਾਇਆ ਜੀ। ਜਦੋਂ ਤੁਸੀਂ ਕਿਸੇ ਬੰਦੇ ਨੂੰ ਪਾਰਟੀ ਨਹੀਂ ਬਣਾ ਰਹੇ ਤੇ ਫਿਰ ਕੀ ਹੈ? ਫਿਰ ਉਹਨਾਂ ਦੇ ਵਕੀਲ ਨੇ ਕਹਿਤਾ ਜੀ ਨਵੀਂ ਪਟੀਸ਼ਨ ਤਿਆਰ ਹੈ ਤੇ ਅਸੀਂ ਉਹਦੇ ਚ ਪਾਰਟੀ ਬਣਾਵਾਂਗੇ। ਹੁਣ ਉੱਥੇ ਜਾਣਗੇ ਬੰਬੇ ਹਾਈ ਕੋਰਟ ਚ, ਬੰਬੇ ਹਾਈ ਕੋਰਟ ਚੋਂ ਕੀ ਨਿਕਲਦਾ ਇਹ ਫਿਰ ਮਗਰੋਂ ਦੀਆਂ ਗੱਲਾਂ ਹੈ। ਲੇਕਿਨ ਇੱਕ ਵਾਰੀ ਸੁਪਰੀਮ ਕੋਰਟ ਨੇ ਖੁਦ ਸੁਣਵਾਈ ਕਰਨ ਤੋਂ ਨਾ ਕਰਤੀ ਹੈ ਜੀ ਜੀ। ਤੇ ਉਧਰ ਸੁਪਰੀਮ ਕੋਰਟ ਦੇ ਕਹਿੰਦੇ ਨਵੇਂ ਚੀਫ ਜਸਟਿਸ ਦੀ ਜਿਹੜਾ ਨਾਂ ਡਿਕਲੇਅਰ ਹੋ ਗਿਆ ਜੀ, ਕੌਣ ਨੇ ਇਹ? ਬਿਲਕੁਲ ਜੀ, ਕਿਉਂਕਿ ਜਿਹੜੇ ਸਾਡੇ ਮੌਜੂਦਾ ਚੀਫ ਜਸਟਿਸ ਹੈ ਬੋਬਡੇ ਸਾਹਿਬ ਜੀ, ਬੋਬਡੇ ਸਾਹਿਬ ਅਗਲੇ ਦਿਨਾਂ ਦੇ ਵਿੱਚ ਰਿਟਾਇਰ ਹੋਣ ਵਾਲੇ ਹੈ। ਉਹਨਾਂ ਨੇ ਰਿਟਾਇਰ ਹੋ ਜਾਣੇ ਤੇ ਉਹਨਾਂ ਦੇ ਰਿਟਾਇਰ ਹੋਣ ਤੋਂ ਪਹਿਲਾਂ ਭਾਰਤ ਦੇ ਜਿਹੜੇ ਕਾਨੂੰਨ ਮੰਤਰੀ ਹੈ ਉਹਨਾਂ ਨੇ ਇੱਕ ਚਿੱਠੀ ਲਿਖ ਦਿੱਤੀ ਸੀ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਨੂੰ ਜੀ ਕਿ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡਾ ਉੱਤਰਾ ਅਧਿਕਾਰੀ ਕੌਣ ਹੋਵੇ। ਬੋਬਡੇ ਸਾਹਿਬ ਨੂੰ ਕਿਹਾ ਕਿ ਤੁਸੀਂ ਦੱਸੋ ਬੋਬਡੇ ਸਾਹਿਬ ਤੁਹਾਥੋਂ ਬਾਅਦ ਕਿਹਨੂੰ ਬਣਾਇਆ ਜਾਵੇ ਜੀ। ਤੇ ਆਮ ਜਿਹੜੀ ਪਿਛਲੇ ਸਮੇਂ ਤੋਂ ਦਾਨੀਏਲ ਸਾਹਿਬ ਦੀ ਰਵਾਇਤ ਆਉਂਦੀ ਹੈ ਕਿ ਜਿਹੜੇ ਨੰਬਰ 2 ਦੇ ਜੱਜ ਹੁੰਦੇ ਹੈ ਜੀ ਜੀ, ਅਕਸਰ ਸਿਫਾਰਿਸ਼ ਉਹਨਾਂ ਦੀ ਕੀਤੀ ਹੈ। ਸੋ ਜਸਟਿਸ ਬੋਬਡੇ ਸਾਹਿਬ ਨੇ ਜਸਟਿਸ ਐਨ ਵੀ ਰਮੰਨਾ ਜੀ ਉਹਨਾਂ ਦੀ ਸਿਫਾਰਿਸ਼ ਕਰਤੀ ਹੈ ਕਿ ਐਨ ਵੀ ਰਮੰਨਾ ਸਾਹਿਬ ਨੂੰ ਅਗਲਾ ਚੀਫ ਜਸਟਿਸ ਬਣਾਇਆ ਜਾਵੇ ਜੀ। ਔਰ 23 ਅਪ੍ਰੈਲ ਨੂੰ ਰਿਟਾਇਰ ਹੋ ਜਾਣੇ ਜੀ ਬੋਬਡੇ ਸਾਹਿਬ ਨੇ। ਜੇ ਉਹਨਾਂ ਦੀ ਇਸ ਸਿਫਾਰਿਸ਼ ਨੂੰ ਕੇਂਦਰ ਸਰਕਾਰ ਮੰਨ ਲੈਂਦੀ ਹੈ ਜੀ ਤਾਂ 24 ਅਪ੍ਰੈਲ ਤੋਂ ਇਸ ਦੇਸ਼ ਦੇ ਜਿਹੜੇ ਹੈਗੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਉਹ ਹੋਣਗੇ ਆਪਣੇ ਰਮੰਨਾ ਸਾਹਿਬ ਜੀ। ਔਰ ਇਹਨਾਂ ਦੀ ਟੈਨਿਓਰ ਜਿਹੜੀ ਹੈ ਜੀ ਉਹ 26 ਅਗਸਤ 2022 ਤੱਕ ਹੈ ਜੀ। 2022 ਤੱਕ ਇਹਨਾਂ ਨੇ। ਇੱਥੇ ਮੈਂ ਇਹ ਵੀ ਜ਼ਿਕਰ ਕਰ ਦੇਵਾਂ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਐਪਲੀਕੇਸ਼ਨ ਆਈ ਸੀ ਭਾਰਤ ਦੇ ਚੀਫ ਜਸਟਿਸ ਕੋਲੇ ਜੀ। ਔਰ ਉਹ ਐਪਲੀਕੇਸ਼ਨ ਲਿਖੀ ਕਿਹਨੇ ਸੀ? ਉਹ ਐਪਲੀਕੇਸ਼ਨ ਲਿਖੀ ਸੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ। ਅੱਛਾ ਜੀ। ਉਹਦੇ ਵਿੱਚ ਉਹਨੇ ਇਲਜ਼ਾਮ ਲਾਇਆ ਸੀ ਕਿ ਆਂਧਰਾ ਪ੍ਰਦੇਸ਼ ਦੇ 1-2 ਜੱਜ ਜੀ ਸੁਪਰੀਮ ਕੋਰਟ ਦੇ ਇੱਕ ਜੱਜ ਦੀ ਦਖਲ ਅੰਦਾਜ਼ੀ ਦੇ ਨਾਲ ਉਹ ਜਿਹੜੇ ਹੈਗੇ ਹੈ ਉਹਨਾਂ ਨੇ ਕੁਛ ਰਿਆਇਤਾਂ ਦਿੱਤੀਆਂ ਚੰਦਰ ਬਾਬੂ ਨਾਇਡੂ ਨੂੰ ਜੀ। ਕੋਈ ਜ਼ਮੀਨ ਦਾ ਘੁਟਾਲਾ ਸੀ ਤੇ ਕਹਿੰਦੇ ਜ਼ਮੀਨ ਦੇ ਘੁਟਾਲੇ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਦੇ ਵੱਡੇ ਜੱਜ ਹੈ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਇਨਵੋਲਵਮੈਂਟ ਹੈਗੀ ਹੈ। ਉਹਨਾਂ ਨੇ ਇਹ ਗੱਲ ਕਹੀ ਸੀ। ਇਹ ਚਿੱਠੀ ਇਕੱਲੀ ਲਿਖੀ ਨਹੀਂ ਸੀ, ਇਹ ਚਿੱਠੀ ਵਾਇਰਲ ਵੀ ਹੋ ਗਈ ਸੀ। ਅੱਛਾ ਜੀ। ਉਹਨਾਂ ਦੇ ਇੱਕ ਐਡਵਾਈਜ਼ਰ ਨੇ ਇਹ ਚਿੱਠੀ ਵਾਇਰਲ ਕਰਤੀ ਸੀ, ਅਖਬਾਰਾਂ ਨੂੰ ਦੇਤੀ ਸੀ, ਅਖਬਾਰਾਂ ਦੇ ਵਿੱਚ ਇਹ ਚਿੱਠੀ ਪ੍ਰਕਾਸ਼ਿਤ ਵੀ ਹੋ ਗਈ ਸੀ ਜੀ। ਉਦੋਂ ਵੀ ਆਪਾਂ ਇਹ ਖਬਰ ਡਿਸਕਸ ਕੀਤੀ ਸੀ ਕਿ ਇਹ ਗੱਲ ਗਲਤ ਹੈ। ਮੈਨੂੰ ਉਦੋਂ ਸ਼ੱਕ ਸੀ ਵੀ ਇਹ ਜਿਹੜੀ ਚਿੱਠੀ ਜਿਹੜੀ ਲਿਖੀ ਗਈ ਹੈ ਆਪਣੇ ਚੀਫ ਮਿਨਿਸਟਰ ਵੱਲੋਂ ਜੀ ਚੀਫ ਜਸਟਿਸ ਆਫ ਇੰਡੀਆ ਨੂੰ, ਔਰ ਉਹ ਚਿੱਠੀ ਲਿਖਣ ਤੋਂ ਪਹਿਲਾਂ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ ਜੀ। ਉਹ ਅਮਿਤ ਸ਼ਾਹ ਨੂੰ ਮਿਲ ਕੇ ਆਏ ਸੀ। ਉਦੋਂ ਆਪਾਂ ਖਬਰ ਦੇ ਵਿੱਚ ਇਹ ਵੀ ਗੱਲ ਨੋਟ ਕੀਤੀ ਸੀਗੀ ਕਿ ਸ਼ਾਇਦ ਅਮਿਤ ਸ਼ਾਹ ਦੀ ਪ੍ਰਵਾਨਗੀ ਦੇ ਨਾਲ ਹੀ ਇਹ ਸਾਰਾ ਕੁਝ ਕੀਤਾ ਜੀ। ਖੈਰ ਉਦੋਂ ਇਹ ਡਾਊਟ ਪੈਂਦਾ ਸੀ ਕਿ ਸ਼ਾਇਦ ਰਮੰਨਾ ਸਾਹਿਬ ਨੂੰ ਇਗਨੋਰ ਕਰ ਦੇਣ। ਨੰਬਰ 2 ਰਮੰਨਾ ਸਾਹਿਬ ਹੈ ਜੀ ਤੇ ਰਮੰਨਾ ਸਾਹਿਬ ਵੱਲ ਹੀ ਉਹਦਾ ਟੇਢਾ ਇਸ਼ਾਰਾ ਸੀ ਜੀ। ਲੇਕਿਨ ਜਿਹੜੀ ਰਵਾਇਤ ਔਰ ਰਵਾਇਤ ਦੇ ਮੁਤਾਬਕ ਹੁਣ ਇਹਨਾਂ ਦਾ ਨਾਂ ਕਰ ਦਿੱਤਾ ਤੇ ਇਹ ਬੁਨਿਆਦੀ ਤੌਰ ਦੇ ਉੱਤੇ ਰਹਿਣ ਵਾਲੇ ਹੈ ਜੀ ਆਂਧਰਾ ਪ੍ਰਦੇਸ਼ ਦੇ। ਅੱਛਾ ਜੀ। ਔਰ ਵੱਡੀ ਗੱਲ ਇਹ ਹੈ ਜਿਹੜੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਇਹ ਇੱਕ ਕਿਸਾਨ ਦੇ ਘਰ ਪੈਦਾ ਹੋਈ। ਅੱਛਾ ਜੀ। ਕਿਸਾਨ ਪੁੱਤਰ ਕਹਿ ਸਕਦੇ ਆ ਵੀ ਭਾਰਤ ਦੇ ਚੀਫ ਜਸਟਿਸ ਹੈ। ਇਹ ਤੋਂ ਪਹਿਲਾਂ ਨਹੀਂ ਮੈਨੂੰ ਪਤਾ ਵੀ ਕਿਸਾਨ ਪੁੱਤਰ ਕਿੰਨੇ ਕਾਏ ਹੈ, ਲੇਕਿਨ ਇਹ ਕਿਸਾਨ ਪੁੱਤਰ ਜ਼ਰੂਰ ਹੈ। ਤੇ ਪਿੰਡ ਹੈ ਜੀ ਇਹਨਾਂ ਦਾ ਪੋਨਾਵਰਮ। ਅੱਛਾ ਜੀ। ਇਹ ਜ਼ਿਲ੍ਹਾ ਕ੍ਰਿਸ਼ਨ ਹੈ ਆਂਧਰਾ ਪ੍ਰਦੇਸ਼ ਦੇ ਉੱਥੋਂ ਦੇ। 10 ਫਰਵਰੀ 1983 ਤੋਂ ਇਹਨਾਂ ਨੇ ਜੀ ਹਾਈ ਕੋਰਟ ਦੇ ਵਿੱਚ ਵਕਾਲਤ ਸ਼ੁਰੂ ਕੀਤੀ ਸੀ ਆਂਧਰਾ ਪ੍ਰਦੇਸ਼ ਦੇ ਵਿੱਚ। ਔਰ ਜ਼ਿਆਦਾਤਰ ਜਿਹੜੇ ਇਹ ਸੂਬਾਈ ਤੇ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਉਹਨਾਂ ਦੇ ਵਿੱਚ ਕੇਸ ਲੜਦੇ ਰਹੇ ਹੈ, ਜਾਂ ਸੁਪਰੀਮ ਕੋਰਟ ਦੇ ਵਿੱਚ ਸਿਵਲ ਤੁਹਾਡੇ ਜਿਹੜੇ ਕ੍ਰਿਮੀਨਲ ਸੰਵਿਧਾਨਕ ਲੇਬਰ ਸਰਵਿਸ ਤੇ ਇਲੈਕਸ਼ਨ ਨਾਲ ਸੰਬੰਧਿਤ ਕੇਸਾਂ ਦੀ ਪੈਰਵੀ ਕਰਦੇ ਰਹੇ। ਅੱਛਾ ਜੀ। ਇਹਦਾ ਮਤਲਬ ਹੈ ਕਿ ਕਾਫੀ ਪਕੜ ਹੈ ਇਹਨਾਂ ਦੀ। ਠੀਕ ਹੈ ਜੀ। ਹਰ ਕਿਸਮ ਦੇ ਜਿਹੜੇ ਹੈਗੇ ਆ ਮਾਮਲਿਆਂ ਦੇ ਵਿੱਚ ਇਹਨਾਂ ਦੀ ਮੁਹਾਰਤ ਹੈ। ਔਰ
27 ਜੂਨ 2000 ਨੂੰ ਜੀ ਇਹ ਆਂਧਰਾ ਪ੍ਰਦੇਸ਼ ਦੀ ਹਾਈ ਕੋਰਟ ਦੇ ਜਿਹੜੇ ਹੈ ਜੱਜ ਨਿਯੁਕਤ ਹੋਏ ਸੀ ਤੇ 17 ਫਰਵਰੀ 2017 ਨੂੰ ਇਹ ਬਣ ਗਏ ਸੀ ਸੁਪਰੀਮ ਕੋਰਟ ਦੇ ਜੱਜ ਜੀ। ਔਰ ਇਸ ਵੇਲੇ ਨੰਬਰ 2 ਹੈ ਤੇ ਇਹਨਾਂ ਨੂੰ ਇੱਕ ਗੱਲ ਬੜੀ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਆਪਾਂ ਗੱਲ ਕਹੀ ਵੀ ਸੀ, ਇਹਨਾਂ ਨੇ ਨਾ ਬੜੇ ਦੁਖੀ ਮਨ ਦੇ ਨਾਲ ਇੱਕ ਗੱਲ ਕਹੀ ਸੀ ਕਿ ਇਸ ਦੇਸ਼ ਦੇ ਵਿੱਚ ਜੀ ਆਮ ਲੋਕਾਂ ਲਈ ਇਨਸਾਫ ਮਿਲਣਾ ਬਹੁਤ ਔਖਾ ਹੈ। ਇਹਨਾਂ ਨੇ ਕਹੀ ਸੀ ਇਹਨਾਂ ਨੇ ਕਹੀ ਸੀ ਕਿ ਇਸ ਦੇਸ਼ ਦੇ ਵਿੱਚ ਆਮ ਲੋਕਾਂ ਲਈ ਇਨਸਾਫ ਮਿਲਣਾ ਬਹੁਤ ਮੁੱਖ ਹੈ। ਭਾਰਤ ਦੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਨੂੰ ਅਜੇ ਤੱਕ ਨਿਆਂ ਨਹੀਂ ਹਾਸਲ ਹੋ ਰਿਹਾ ਜੀ। ਔਰ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਹੈਗੇ ਲੱਖਾਂ ਲੋਕ ਹੈ ਜਿਹੜੇ ਉਹ ਬੁਨਿਆਦੀ ਅਧਿਕਾਰਾਂ ਤੋਂ ਵਿਰਵੇ ਹੈ। ਅੱਛਾ ਜੀ। ਉਹਨਾਂ ਨੂੰ ਬੁਨਿਆਦੀ ਅਧਿਕਾਰ ਨਹੀਂ ਮਿਲਦੇ। ਇਹ ਰਮੰਨਾ ਸਾਹਿਬ ਨੇ ਗੱਲ ਕਹੀ ਹੈ। ਇਹਦੇ ਤੋਂ ਵੈਸੇ ਤਾਂ ਆਪਾਂ ਨੂੰ ਲੱਗਦੀ ਹੈ ਕਿ ਉਹਨਾਂ ਦੀ ਜਿਹੜੀ ਹੈ ਸੋਚ ਚੰਗੀ ਹੈ ਜੀ। ਜੇ ਉਹਨਾਂ ਨੇ ਇੱਕ ਐਡੀ ਵੱਡੀ ਜਿਹੜੀ ਹੈਗੀ ਹੈ ਸਾਡੇ ਦੇਸ਼ ਦੀ ਕਮਜ਼ੋਰੀ ਇਹਨੂੰ ਨੋਟ ਕੀਤਾ ਕਿ ਸਾਡਾ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਇਸ ਕਿਸਮ ਦਾ ਪੇਚੀਦਾ ਹੈ ਕਿ ਹਰ ਬੰਦੇ ਨੂੰ ਇਨਸਾਫ ਨਹੀਂ ਮਿਲਦਾ, ਉਹਦੇ ਕੋਲ ਪੈਸੇ ਨਹੀਂ, ਕਿੱਥੋਂ ਜਾਊਗਾ ਇਨਸਾਫ ਲੈਣ ਵਾਸਤੇ, ਕਿੱਥੋਂ ਵੱਡੇ ਵੱਡੇ ਵਕੀਲ ਕਰੂਗਾ ਵਗੈਰਾ ਵਗੈਰਾ। ਪਰ ਇਹ ਜੇ ਸਾਡੇ ਵਾਸਤੇ ਸੰਤੁਸ਼ਟੀ ਦੀ ਗੱਲ ਹੈ ਤਾਂ ਫਿਕਰਮੰਦੀ ਵਾਲੀ ਗੱਲ ਵੀ ਜੀ ਕਿ ਕੀ ਸਟੇਟ ਅਜਿਹੇ ਜੱਜ ਸਾਹਿਬਾਨ ਨੂੰ ਇਸੇ ਰਾਹ ਤੇ ਤੁਰਨ ਦੇ ਦੂਗੀ। ਅਸੀਂ ਦੇਖਿਆ ਜਸਟਿਸ ਰੰਜਨ ਗੋਗੋਈ ਹੋਰਾਂ ਨੇ ਵੀ ਆਪਣੇ 3 ਹੋਰ ਕੁਲੀਗਸ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਸਟਿਸ ਚੇਲਾਮੇਸ਼ਵਰਮ ਦੇ ਘਰ ਜੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਦੇਸ਼ ਦੀ ਸੁਪਰੀਮ ਕੋਰਟ ਨੂੰ ਕੋਈ ਬਾਹਰੀ ਤਾਕਤ ਚਲਾ ਰਹੀ ਹੈ। ਉਸ ਬਾਹਰੀ ਤਾਕਤ ਤੋਂ ਪ੍ਰਭਾਵਿਤ ਹੋ ਕੇ ਸੁਪਰੀਮ ਕੋਰਟ ਦੇ ਵਿੱਚ ਸਾਰਾ ਕੁਝ ਠੀਕ ਠਾਕ ਨਹੀਂ ਜੀ। ਵੇਲੇ ਦੇ ਚੀਫ ਜਸਟਿਸ ਦੇ ਖਿਲਾਫ ਇਹਨਾਂ ਨੇ ਆਪਣਾ ਗੁੱਬ ਗਵਾਟ ਕੱਢਿਆ ਸੀ ਕਿ ਜਿਹੜਾ ਹੈਗਾ ਰੋਸਟਰ ਸਿਸਟਮ ਹੈ ਜਿਹੜਾ ਜੀ ਰੋਸਟਰ ਸਿਸਟਮ ਇਸ ਕਿਸਮ ਦਾ ਬਣਾਇਆ ਕਿ ਜਿਹੜੇ ਬਹੁਤ ਇੰਪੋਰਟੈਂਟ ਕੇਸ ਹੁੰਦੇ ਹੈ ਉਹ ਬਹੁਤ ਇੰਪੋਰਟੈਂਟ ਕੇਸ ਜਿਹੜੇ ਹੈਗੇ ਉਹ ਜੂਨੀਅਰ ਜੱਜਾਂ ਨੂੰ ਜਾਂਦੇ ਆ, ਸੀਨੀਅਰ ਜੱਜਾਂ ਕੋਲੇ ਨਹੀਂ ਆਉਂਦੇ। ਔਰ ਉੱਥੇ ਉਹ ਇੱਕ ਕਿਸਮ ਦੀ ਉਹਨਾਂ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਮੈਨੇਜਮੈਂਟ ਵਾਲੀ ਗੱਲ ਚੱਲਦੀ ਹੈ ਜੀ ਕਿ ਉੱਥੇ ਸਭ ਕੁਝ ਮੈਨੇਜ ਹੋ ਰਿਹਾ ਹੈ। ਉਹਨਾਂ ਦਿਨਾਂ ਦੇ ਵਿੱਚ ਹੀ ਦਾਨੇ ਵਾਲੀਆ ਸਾਹਿਬ ਇੱਕ ਹੋਰ ਗੱਲ ਹੋਈ ਸੀ। ਉਹ ਗੱਲ ਸੀਗੀ ਇਹਨਾਂ ਦੀ ਜੱਜ ਲੋਇਆ ਜੀ। ਜੱਜ ਲੋਇਆ ਦੀ ਮੌਤ ਵੀ ਹੋਈ ਸੀ। ਪੱਤਰਕਾਰਾਂ ਨੇ ਪੁੱਛਿਆ ਸੀ ਕਿ ਇਹਦੇ ਬਾਰੇ ਕੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਨਹੀਂ ਚਾਹੀਦੀ, ਤੇ ਉਹਨਾਂ ਜੱਜ ਸਾਹਿਬਾਨ ਨੇ ਹਾਮੀ ਭਰੀ ਸੀ ਕਿ ਹਾਂ ਇਹਨਾਂ ਦੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ। ਪਰ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਜੋ ਰੰਜਨ ਗੋਗੋਈ ਸਾਹਿਬ ਚੀਫ ਜਸਟਿਸ ਆਫ ਇੰਡੀਆ ਬਣ ਗਏ ਸੀ ਜੀ, ਉਹਨਾਂ ਨੇ ਕੁਝ ਫੈਸਲੇ ਕੀਤੇ, ਉਹਨਾਂ ਦੇ ਫੈਸਲਿਆਂ ਦੇ ਉੱਤੇ ਕੁਝ ਕਿੰਤੂ ਪਰੰਤੂ ਵੀ ਹੋਇਆ। ਉਹ ਕਿੰਤੂ ਪਰੰਤੂ ਨੂੰ ਉਸ ਵੇਲੇ ਆਪਾਂ ਵੀ ਦਰਗੁਜ਼ਰ ਕਰ ਦਿੱਤਾ ਸੀਗਾ ਕਿ ਅਦਾਲਤ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ, ਨਹੀਂ ਹੋਣਾ ਚਾਹੀਦਾ, ਆਪਾਂ ਨੂੰ ਨਹੀਂ ਬੋਲਣਾ ਚਾਹੀਦਾ। ਲੇਕਿਨ ਜਦੋਂ ਰੰਜਨ ਗੋਗੋਈ ਸਾਹਿਬ ਨੇ ਸਰਕਾਰ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਜਿਹਦੇ ਜ਼ਰੀਏ ਜੀ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ, ਤਾਂ ਫਿਰ ਬਹੁਤ ਕੁਛ ਉਹਦੇ ਤੇ ਕਿੰਤੂ ਪਰੰਤੂ ਹੋਇਆ ਸੀ। ਸੋ ਆਪਾਂ ਤਾਂ ਉਮੀਦ ਇਹੀ ਕਰੀਏ ਕਿ ਜਸਟਿਸ ਰਮੰਨਾ ਸਾਹਿਬ ਜੀ ਆਪਣੇ ਜਿਹੜੇ ਪੂਰਵਜ ਹੈ ਪੂਰਵਜ ਦੇ ਵਿੱਚੋਂ ਬਹੁਤ ਚੰਗੇ ਬੰਦੇ ਵੀ ਹੋਏ ਆ, ਜਿਵੇਂ ਜਸਟਿਸ ਕ੍ਰਿਸ਼ਨਾ ਅਯਰ ਵਰਗੇ ਬੰਦੇ ਵੀ ਹੋਏ ਆ ਜਿਨ੍ਹਾਂ ਨੇ ਜਸਟਿਸ HR ਖੰਨਾ ਵਰਗੇ ਬੰਦੇ ਵੀ ਹੋਏ ਆ ਜਿਨ੍ਹਾਂ ਨੇ ਉਸ ਮੌਕੇ ਇੰਦਰਾ ਗਾਂਧੀ ਦੇ ਸਾਹਮਣੇ ਝੁਕਣ ਤੋਂ ਇਨਕਾਰ ਕਰਤਾ ਸੀਗਾ। ਇਹ ਉਹਨਾਂ ਨੂੰ ਅਨੁਸਰਨ ਕਰਨ ਤੇ ਕਿ ਜਿਹੜੇ ਜੱਜਾਂ ਦੇ ਨਾਲ ਨੇਕਨਾਮੀ ਨਹੀਂ ਜੁੜੀ ਹੋਈ ਘੱਟੋ ਘੱਟ ਉਹਨਾਂ ਵਾਲੀ ਲਾਈਨ ਦੇ ਵਿੱਚ ਨਾ ਖੜਨ। ਸਾਡੀ ਉਮੀਦ ਇਹੀ ਹੈ, ਉਮੀਦ ਨਹੀਂ ਯਕੀਨ ਹੈ ਸਾਨੂੰ ਇਸ ਗੱਲ ਦਾ ਕਿ ਭਾਰਤ ਦੀ ਜੁਡੀਸ਼ਰੀ ਦੇ ਵਿੱਚ ਅਜੇ ਸਤਿਆਨਾਸ਼ ਨਹੀਂ ਹੋਇਆ। ਅਜੇ ਵੀ ਬਹੁਤ ਸਿਆਣੇ ਬੰਦੇ ਬੈਠੇ ਹੈ ਜਿਹੜੇ ਇਸ ਸਿਸਟਮ ਨੂੰ ਬਚਾਉਣ ਵਾਸਤੇ ਯਤਨਸ਼ੀਲ ਹੈ, ਤੇ ਜਸਟਿਸ ਰਮੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਹੋਣ, ਇਹ ਸਾਡੀ ਕਾਮਨਾ ਹੈ। ਚਲੋ, ਤੇ ਸਾਡੀ ਇਹ ਵੀ ਕਾਮਨਾ ਢਿੱਲੋਂ ਸਾਹਿਬ ਕਿ ਮਸਜਿਦ ਤੋਂ ਜੋ ਧਾਰਮਿਕ ਅਜ਼ਾਨ ਹੁੰਦੀ ਹੈ ਉਹਦੀ ਆਵਾਜ਼ ਕਿਸੇ ਨੂੰ ਪਰੇਸ਼ਾਨ ਜਿਹੜਾ ਹੈ ਵੀ ਨਾ ਕਰੇ। ਪਰੇਸ਼ਾਨ ਕਹਿਣ ਤੋਂ ਮਤਲਬ ਇਹ ਹੈ ਕਿ ਕ੍ਰਿਮੀਨਲ ਸੋਚ ਕਹਿੰਦੇ ਹੁਣ ਪਹਿਲਾਂ ਤਾਂ ਇੱਕ BC ਨੂੰ ਆਈ ਸੀਗੀ ਇਸ ਦੀ ਪਰੇਸ਼ਾਨੀ, ਹੁਣ ਕਹਿੰਦੇ ਮੰਤਰੀ ਸਾਹਿਬ ਵੀ ਪਰੇਸ਼ਾਨ ਹੋ ਗਏ ਨੇ। ਦੇਖੋ ਗੱਲ ਇਹਦੇ 'ਚ ਹੈ ਜੀ, ਇਹਦੇ 'ਚ ਸੁਪਰੀਮ ਕੋਰਟ ਦੇਸ਼ ਦੀਆਂ ਹਾਈ ਕੋਰਟਾਂ ਦੀਆਂ ਕਲੀਅਰ ਕੱਟ ਡਾਇਰੈਕਸ਼ਨਸ ਪਹਿਲਾਂ ਆ ਚੁੱਕੀਆਂ ਜੀ, ਜਿਹਦੇ ਵਿੱਚ ਬੜਾ ਸਪਸ਼ਟ ਤੇ ਸਾਫ਼ ਇਹ ਗੱਲ ਕਹੀ ਵੀ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਤੋਂ ਉੱਚੀ ਆਵਾਜ਼ ਦੇ ਵਿੱਚ ਜਿਹੜੀ ਹੈ ਕਿਸੇ ਕਿਸਮ ਦਾ ਕੋਈ ਭਜਨ ਕੀਰਤਨ ਕੋਈ ਅਜ਼ਾਨ ਵਗੈਰਾ ਨਾ ਆਵੇ ਜੀ। ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜੀ ਆਵਾਜ਼ ਪ੍ਰਦੂਸ਼ਣ ਹੈ ਜੀ, ਆਵਾਜ਼ ਪ੍ਰਦੂਸ਼ਣ ਜਿਹੜਾ ਉਹ ਨਹੀਂ ਫੈਲਣਾ ਚਾਹੀਦਾ। ਤੇ ਜਦੋਂ ਆਵਾਜ਼ ਪ੍ਰਦੂਸ਼ਣ ਫੈਲਦਾ ਇਹ ਕਈ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੀ। ਸਭ ਤੋਂ ਪਹਿਲੀ ਗੱਲ ਤਾਂ ਇਹ ਪ੍ਰਭਾਵਿਤ ਕਰਦਾ ਵਿਦਿਆਰਥੀਆਂ ਨੂੰ, ਜਿਨ੍ਹਾਂ ਨੇ ਪੜ੍ਹਨਾ ਹੁੰਦਾ। ਜਦੋਂ ਇਸ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਤੇ ਉਹ ਡਿਸਟਰਬ ਹੁੰਦੇ ਜੀ, ਉਹ ਠੀਕ ਤਰੀਕੇ ਨਾਲ ਪੜ੍ਹ ਨਹੀਂ ਸਕਦੇ। ਦੂਜੇ ਨੰਬਰ ਦੇ ਉੱਤੇ ਆਉਂਦੇ ਆ ਜੀ ਬਜ਼ੁਰਗ ਜੀ, ਜਿਨ੍ਹਾਂ ਨੂੰ ਨੀਂਦ ਵੈਸੀ ਘੱਟ ਆਉਂਦੀ ਉਮਰ ਦੇ ਲਿਹਾਜ਼ ਨਾਲ, ਤੇ ਫਿਰ ਉਹ ਡਿਸਟਰਬ ਹੁੰਦੀ ਹੈ। ਬਹੁਤ ਸਾਰੇ ਜਿਹੜੇ ਹੈਗੇ ਆ
ਧਾਰਮਿਕ ਧਰਮ ਹੈ ਜਿਹੜੇ ਜੀ, ਉਹਨਾਂ ਧਰਮਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਪੂਜਨਯੋਗ ਸ਼ਖਸੀਅਤਾਂ ਹੈ, ਜਿਹੜੀਆਂ ਅਹਿਮ ਸ਼ਖਸੀਅਤਾਂ, ਉਹਨਾਂ ਧਰਮ ਗੁਰੂ ਹੈ ਜੀ, ਉਹਨਾਂ ਧਰਮ ਗੁਰੂਆਂ ਨੇ ਇਸ ਗੱਲ ਦਾ ਨੋਟਿਸ ਵੀ ਲਿਆ ਕਿ ਨਹੀਂ ਹੋਣਾ ਚਾਹੀਦਾ। ਸਾਡੇ ਆਪਣੇ ਅਕਾਲ ਤਖਤ ਸਾਹਿਬ ਤੋਂ ਮਤਲਬ ਹੈ 5 ਸਿੰਘ ਸਾਹਿਬਾਨ ਨੇ ਇਹ ਜੀ ਫਤਵਾ ਜਾਰੀ ਕੀਤਾ ਹੋਇਆ। ਫਤਵਾ ਨਹੀਂ ਕਹਿ ਸਕਦੇ ਆਪਾਂ, ਹੁਕਮਨਾਮਾ ਜਾਰੀ ਕੀਤਾ। ਫਤਵਾ ਦਾ ਕਰਦੇ ਹੁੰਦੇ ਹੈ ਮੁਸਲਮਾਨ। ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਹੋਇਆ ਸੀ ਕਿ ਕਿਤੇ ਵੀ ਉੱਚੀ ਆਵਾਜ਼ ਦੇ ਵਿੱਚ ਜਿਹੜੇ ਲਾਊਡ ਸਪੀਕਰ ਨਹੀਂ ਚੱਲਣੇ ਚਾਹੀਦੇ। ਇਹ ਗੱਲ ਠੀਕ ਹੈ, ਪਰ ਫਿਰ ਵੀ ਗਾਹੇ ਬਗਾਹੇ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਜੀ। ਕੁਝ ਸਮਾਂ ਪਹਿਲਾਂ ਇਲਾਹਾਬਾਦ ਦੀ ਜਿਹੜੀ ਹੈਗੀ ਯੂਨੀਵਰਸਿਟੀ ਹੈ ਇੱਕ, ਉਸ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਸੀ ਮੈਡਮ ਹੈਗੀ ਹੈ ਹੁਣ ਸੰਗੀਤਾ ਸ਼੍ਰੀਵਾਸਤਵ ਜੀ। ਸੰਗੀਤਾ ਸ਼੍ਰੀਵਾਸਤਵ ਨੇ ਇਤਰਾਜ਼ ਕੀਤਾ ਸੀ, ਡੀਐਮ ਨੂੰ ਚਿੱਠੀ ਲਿਖਤੀ ਸੀ ਉਹਨਾਂ ਨੇ, ਪ੍ਰਯਾਗਰਾਜ ਨੂੰ, ਹਾਂ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ, ਕਿ ਜੀ ਸਵੇਰੇ ਸਵੇਰੇ ਜਿਹੜੀ ਹੈਗੀ ਹੈ 5 ਵਜੇ ਲਾ ਲੈਂਦੇ ਆ ਜਿਹੜੀ ਅਜ਼ਾਨ ਆਉਂਦੀ ਹੈ, ਅਤੇ ਇਸ ਅਜ਼ਾਨ ਦੇ ਨਾਲ ਮੈਂ ਬੜੀ ਡਿਸਟਰਬ ਹੁੰਦੀ ਹਾਂ ਜੀ। ਮੈਨੂੰ ਨੀਂਦ ਨਹੀਂ ਆਉਂਦੀ, ਮੇਰੀ ਇੱਕ ਵਾਰੀ ਨੀਂਦ ਟੁੱਟ ਜਾਂਦੀ ਹੈ ਅਤੇ ਫਿਰ ਮੈਂ ਦੁਬਾਰਾ ਸੌਂ ਨਹੀਂ ਸਕਦੀ, ਅਤੇ ਨਾ ਸੌਣ ਦਾ ਨਤੀਜਾ ਹੁੰਦਾ ਕਿ ਮੇਰਾ ਕੰਮ ਪ੍ਰਭਾਵਿਤ ਹੁੰਦਾ ਜੀ। ਦਿਨੇ ਮੈਂ ਜੋ ਯੂਨੀਵਰਸਿਟੀ ਜਾ ਕੇ ਕੰਮ ਕਰਨਾ ਹੁੰਦਾ ਉਸ ਵੇਲੇ ਮੈਂ ਅਨਈਜ਼ੀ ਮਹਿਸੂਸ ਕਰਦੀ ਹਾਂ, ਵੀ ਹੁੰਦੀ ਹੈ, ਅਤੇ ਇਹਨੂੰ ਤੁਸੀਂ ਰੁਕਵਾਓ ਜੀ। ਉਦੋਂ ਜਿਹੜੇ ਉਹ ਮਸਜਿਦ ਦੇ ਨਾਲ ਸੰਬੰਧਿਤ ਧਾਰਮਿਕ ਆਗੂ ਸੀ, ਮੁਸਲਮਾਨ ਧਾਰਮਿਕ ਆਗੂ, ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਫੋਲੋ ਕਰਾਂਗੇ ਜੀ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ, ਇਸ ਕਿਸਮ ਦੀ ਕੋਈ ਗੱਲ ਨਹੀਂ ਆਊਗੀ। ਹੁਣ ਯੂਪੀ ਦੇ ਇੱਕ ਮੰਤਰੀ ਜੀ ਹੈ ਜੀ, ਅਤੇ ਇਹ ਮੰਤਰੀ ਜੀ ਵੀ ਜਿਹੜੇ ਹੈਗੇ ਇਹਨਾਂ ਨੇ ਵੀ ਕਿਹਾ, ਕਹਿੰਦੇ ਜੀ ਮੈਂ ਵੀ ਬਹੁਤ ਜਿਹੜਾ ਹੈਗਾ ਡਿਸਟਰਬ ਮਹਿਸੂਸ ਕਰਦਾ, ਅਤੇ ਇਹ ਮੰਤਰੀ ਜੀ ਦਾ ਨਾਂ ਹੈ ਜੀ ਆਨੰਦ ਸਰੂਪ ਸ਼ੁਕਲਾ। ਅੱਛਾ ਜੀ। ਇਹ ਯੂਪੀ ਦੇ ਰਹਿਣ ਵਾਲੇ ਹੈ। ਇਹਨਾਂ ਨੇ ਬਲੀਆ ਦੇ ਮੈਜਿਸਟ੍ਰੇਟ ਨੂੰ, ਡਿਸਟ੍ਰਿਕਟ ਮੈਜਿਸਟ੍ਰੇਟ ਨੂੰ, ਡੀਐਮ ਨੂੰ ਜੀ ਲਿਖ ਦਿੱਤੀ। ਕਹਿੰਦੇ ਜੀ ਜਿਹੜੀ ਮਦੀਨਾ ਮਸਜਿਦ ਹੈ ਉੱਥੋਂ ਦਿਨ ਵਿੱਚ ਦੀ 5 ਵਾਰੀ ਨਮਾਜ਼ ਪੜ੍ਹਾਇਆ ਜਾਂਦਾ। ਆਪਾਂ ਨੂੰ ਪਤਾ ਮੁਸਲਮਾਨ 5 ਵਾਰੀ, ਹਾਂਜੀ ਹਾਂਜੀ 5 ਵਾਰੀ, 5 ਵਾਰੀ ਨਮਾਜ਼ ਅਦਾ ਹੁੰਦਾ ਹੈ। ਅਤੇ ਉਹ ਜਦੋਂ ਫਿਰ ਉੱਥੋਂ ਇਸ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ ਅਤੇ ਉਹਦੇ ਨਾਲ ਕਹਿੰਦੇ ਵੀ ਇੱਕ ਤਾਂ ਸਿੱਖਿਆ ਸੰਸਥਾਵਾਂ ਪ੍ਰਭਾਵਿਤ ਹੁੰਦੀਆਂ, ਦੂਜੀ ਗੱਲ ਉਹ ਕਹਿੰਦੇ ਵੀ ਮੈਂ ਆਪ ਜਾਤੀ ਤੌਰ 'ਤੇ ਬੜਾ ਕਹਿੰਦੇ ਪ੍ਰਭਾਵਿਤ ਹੋਣਾ ਜੀ। ਮੈਂ ਕਹਿੰਦੇ ਯੋਗਾ ਕਰਦਾ ਹੁੰਦਾ, ਮੇਰੇ ਯੋਗਾ ਦੇ ਵਿੱਚ ਵੀ ਵਿਘਨ ਪੈਂਦਾ ਜੀ, ਮੇਰੇ ਮੈਡੀਏਸ਼ਨ ਦੇ ਵਿੱਚ ਵੀ ਵਿਘਨ ਪੈਂਦਾ, ਇਹਨੂੰ ਜੀ ਰੁਕਵਾਇਆ ਜਾਵੇ। ਹੁਣ ਇਹਨਾਂ ਨੇ ਚਿੱਠੀ ਲਿਖ ਦਿੱਤੀ, ਬਿਲਕੁਲ ਚਿੱਠੀ ਲਿਖਤੀ। ਚਿੱਠੀ ਲਿਖਣਾ ਹਰ ਇੱਕ ਬੰਦੇ ਦਾ ਹੱਕ ਹੈ ਹਾਂਜੀ। ਲੇਕਿਨ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ ਕਿ ਜਿਹੜੇ ਵੱਡੇ ਲੋਕ ਹੈ ਜੀ, ਵੱਡੇ ਲੋਕ ਜੇ ਕੋਈ ਬੁਰਾਈ ਹੁੰਦੀ ਹੈ ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਸਗੋਂ ਛੋਟੇ ਲੋਕ ਵੀ ਆਵਾਜ਼ ਬੁਲੰਦ ਕਰਨ ਤਾਂ ਉਹਨਾਂ ਨੂੰ ਸੁਣਨਾ ਚਾਹੀਦਾ। ਬਿਲਕੁਲ ਸਿਸਟਮ ਨੂੰ ਚਾਹੀਦਾ ਕਿ ਉਹਨਾਂ ਨੂੰ ਸੁਣੇ, ਇਹਨਾਂ ਨੂੰ ਵੀ ਸੁਣਨਾ ਚਾਹੀਦਾ। ਖੈਰ ਤਾਂ ਪਾਵਰਫੁਲ ਬੰਦੇ ਨੂੰ ਤਾਂ ਸੁਣਿਆ ਜਾਣਾ ਹੀ ਹੈ ਜੀ, ਪਰ ਇਹਦੇ ਵਿੱਚੋਂ ਜਿਹੜੀ ਕਮਿਊਨਲ ਸਮੈਲ ਨਹੀਂ ਹੋਣੀ ਚਾਹੀਦੀ ਕਿ ਜੇ ਫਰਜ਼ ਕਰੋ ਉੱਥੇ ਨੇੜੇ ਕੋਈ ਮੰਦਿਰ ਹੋਵੇ ਜੀ, ਤੇ ਮੰਦਿਰ ਦੇ ਵਿੱਚੋਂ ਕੀਰਤਨ ਹੁੰਦਾ ਹੋਵੇ, ਕਿ ਉਹਦੇ ਪ੍ਰਤੀ ਇਹਨਾਂ ਦੀ ਅਪਰੋਚ ਇਹੀ ਹੋਊਗੀ ਨਾ। ਜੇ ਸਾਡਾ ਆਪਣਾ ਧਰਮ ਹੋਵੇ, ਅਸੀਂ ਕਿਸੇ ਹੋਰ ਧਰਮ ਬਾਰੇ, ਮੰਦਿਰ ਬਾਰੇ ਜਾਂ ਮਸਜਿਦ ਬਾਰੇ ਇਤਰਾਜ਼ ਕਰੀ ਜਾਈਏ, ਪਰ ਜੋ ਸਾਡੇ ਧਰਮ ਦੇ ਵਿੱਚੋਂ ਕੋਈ ਇਹ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਪੀਕਰ ਆਉਂਦੇ ਹੋਣ, ਅਸੀਂ ਇਤਰਾਜ਼ ਕਰਾਂਗੇ ਨਹੀਂ? ਜੇ ਇਹ ਨਹੀਂ ਕਰਾਂਗੇ ਅਸੀਂ, ਇਹਦੇ 'ਚ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਧਾਰਮਿਕ ਤੌਰ ਦੇ ਉੱਤੇ। ਸਾਡੇ ਦੇਸ਼ ਨੂੰ ਜੇ ਅਸੀਂ ਆਖੀਏ ਤਾਂ ਇਹਨੂੰ ਧਰਮ ਨਿਰਪੱਖ ਦੇਸ਼ ਮੰਨਿਆ ਗਿਆ। ਇਹ ਠੀਕ ਹੈ ਕਿ ਹੁਣ ਗੜਬੜ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ, ਲੇਕਿਨ ਇੱਕ ਧਰਮ ਨਿਰਪੱਖ ਦੇਸ਼ ਹੈ, ਤੇ ਧਰਮ ਨਿਰਪੱਖ ਦੇਸ਼ ਦੇ ਵਿੱਚ ਧਰਮ ਨਿਰਪੱਖਤਾ ਦੀ ਕਦਰ ਹੋਣੀ ਚਾਹੀਦੀ ਕਿ ਤੁਹਾਨੂੰ ਕਿਸੇ ਵੀ ਆਪਣਾ ਧਰਮ ਜਿਹਨੂੰ ਜਿੱਥੇ ਥੋੜਾ ਜੀ ਕਰਦਾ ਤੁਸੀਂ ਮੰਨੋ ਕਰੋ ਜੀ ਜੀ, ਲੇਕਿਨ ਕਿਸੇ ਦੇ ਹੋਰ ਧਰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਾ ਹੋਵੇ। ਔਰ ਸਟੇਟ ਹੈ ਜਿਹੜਾ ਹਕੂਮਤ ਹੈ, ਹਕੂਮਤ ਦਾ ਧਰਮ ਕੋਈ ਨਹੀਂ ਜੀ ਜੀ। ਹਕੂਮਤ ਜਿਹੜੀ ਹੈ ਜਦੋਂ ਉਹਨਾਂ ਨੇ ਰਾਜ ਭਾਗ ਚਲਾਉਣਾ, ਉਹ ਰਾਜ ਭਾਗ ਧਰਮ ਤੋਂ ਪ੍ਰਭਾਵਿਤ ਹੋਏ ਤੋਂ ਬਗੈਰ ਚਲਾਵੇ ਜੀ। ਇਹ ਯੂਪੀ ਦੇ ਮੰਤਰੀ ਹੈ, ਇਹਦਾ ਮਤਲਬ ਮੰਤਰੀ ਜੀ ਕਿਸੇ ਹੱਦ ਤੱਕ ਪ੍ਰਭਾਵਿਤ ਹੈ। ਉਹਨਾਂ ਨੂੰ ਇਹ ਚਾਹੀਦਾ ਸੀ ਕਿ ਉਹ ਇਸ ਮਾਮਲੇ ਨੂੰ ਭਾਈਚਾਰਕ ਤੌਰ ਤੇ ਨਜਿੱਠਦੇ, ਚਿੱਠੀ ਪੱਤਰ 'ਚ ਨਹੀਂ ਬਹਿਣਾ ਚਾਹੀਦਾ ਸੀ। ਬਿਲਕੁਲ ਢਿੱਲੋਂ ਸਾਹਿਬ, ਚਲੋ ਹੁਣ ਕੀ ਕਹੋਗੇ ਜਦੋਂ ਏਜੰਡਾ ਹੀ ਹੋਰ ਹੋਵੇ? ਇਹ ਏਜੰਡਾ ਹੈ, ਇਹ ਉਹ ਨਹੀਂ ਕਿ ਤੰਗ ਤਾਂ ਇਹ ਕਿਹੜਾ ਸਪੀਕਰ ਅੱਜ ਦੇ ਚੱਲਦੇ ਨੇ। ਸਾਡੇ ਨਾ ਆਪਣੇ ਦਾਨੇ ਵਾਲੇ ਤੋਂ ਬਾਰਡਰ ਗਏ ਉੱਧਰ, ਤੇ ਕਹਾਂ ਨੇਜੇ ਕੀ ਚੌਂਕੀ ਆ, ਉਹ ਬੇਬਾਦ ਪਿੰਡ ਹੋ ਗਿਆ ਜੀ। ਪਿੰਡ ਸੀਗਾ ਪਰ ਉਹ ਜਿਵੇਂ ਕਹਿੰਦੇ ਵੀ 3 ਜਿਹੜਾ ਰਾਜਸਥਾਨ, ਪੰਜਾਬ ਤੇ ਉੱਧਰੋਂ ਹਿੰਦੂ ਤੇ ਪਾਕਿਸਤਾਨ ਦੀਆਂ ਸਰਹੱਦ 'ਚ ਵਸ ਗਈਆਂ ਤੇ ਉਹ ਖਤਮ ਕਰਤਾ। ਪਰ ਉਹ ਚੌਂਕੀ ਹੈਗੀ ਹੈ ਜੋ ਪਰਾਂ ਬਾਰੇਕਾ ਪਿੰਡ ਹੈ ਜੀ ਪਾਕਿਸਤਾਨ ਵਾਲੇ ਪਾਸੇ, ਤੇ ਇੱਧਰ 2-2.5 ਕਿਲੋਮੀਟਰ ਤੱਕ ਉਹਦੀ ਦੇਖੋ ਜਾਨ ਸੁਣਦੀ ਹੈ। ਹੁਣ ਦੇਖੋ ਜੇ ਅਜਾਨਾ ਕੀ ਕਹਿੰਦੇ ਬਾਰਡਰ ਨਹੀਂ, ਆਵਾਜ਼ਾਂ ਕੀ ਕਹਿੰਦੇ ਰੋਕ ਸਕਦੇ ਹੈ, ਤੇ ਇਹ ਜਿਹੜੀਆਂ ਨੀਤਾਂ ਨੇ ਨਾ, ਇਹ ਕੋਈ ਦੇਸ਼ ਦੇ ਭਵਿੱਖ ਲਈ ਚੰਗੀਆਂ। ਬਾਰਡਰ ਲੋਕ ਮਨੁੱਖਾਂ ਵਾਸਤੇ, ਚਿੜੀਆਂ ਜਨੌਰਾਂ ਹਵਾ ਵਾਸਤੇ ਹੈ ਨਹੀਂ, ਬਦਲਾਂ ਵਾਸਤੇ ਹੈ ਨਹੀਂ। ਬਿਲਕੁਲ ਤੁਹਾਡੀ ਗੱਲ, ਹਵਾਵਾਂ ਆਉਂਦੀਆਂ ਨੇ ਕਿਹਾ। ਚਲੋ ਪਰਮਾਤਮਾ ਭਲੀ ਕਰੇ, ਇਹਨਾਂ ਨੂੰ ਸੁੱਧ ਬੁੱਧੀ ਬਖਸ਼ੇ, ਹੈ ਨੀ। ਸੋ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਇੱਕ ਬ੍ਰੇਕ ਦਾ ਸਮਾਂ,
ਤੇ ਫਿਰ ਹਾਜ਼ਰ ਹੋਣੇ।